ਸਤਿ ਸ਼੍ਰੀ ਅਕਾਲ ਦੋਸਤੋ। ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜੀਕੇ ਦੀ ਜੋ MCQ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਨੂੰ ਅੱਗੇ ਵਧਾਵਾਂਗੇ। ਮੈਂ ਜੋ ਵੀਡੀਓਜ਼ ਪਾਉਣਾ ਉਹ ਪੰਜਾਬੀ ਦੇ ਵਿੱਚ ਵੀ ਪਾਉਣਾ, ਠੀਕ ਹੈ ਜੀ। ਕੰਪਿਊਟਰ ਦੀਆਂ ਪਲੇਲਿਸਟਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਤਾਂ ਮੈਂ ਜ਼ਿਆਦਾਤਰ ਵੀਡੀਓਜ਼ ਨੇ ਜਿਹੜੀਆਂ ਉਹ ਹਿੰਦੀ ਦੇ ਵਿੱਚ ਵੀ ਬਣਾਉਣਾ, ਠੀਕ ਹੈ, ਅਤੇ ਪੰਜਾਬੀ ਦੇ ਵਿੱਚ ਵੀ ਕੋਸ਼ਿਸ਼ ਕਰਦਾ ਵੀ ਵੱਧ ਤੋਂ ਵੱਧ ਬਣਾਈਆਂ ਜਾਣ। ਤਾਂ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਅਤੇ ਵੀਡੀਓਜ਼ ਨੂੰ ਸਪੋਰਟ ਕਰੋ, ਸ਼ੇਅਰ ਕਰੋ। ਜੇਕਰ ਤੁਹਾਨੂੰ ਕੰਟੈਂਟ ਹੈ ਜਿਹੜਾ ਉਹ ਵਧੀਆ ਲੱਗਦਾ ਹੈ, ਜਿੰਨਾ ਵੀ ਬੱਚਿਆਂ ਨੇ ਵਾਰਡ ਅਟੈਂਡੈਂਟ ਦਾ ਪੇਪਰ ਦੇਣਾ ਹੈ, ਵਕਫ ਬੋਰਡ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਉਹਦਾ ਪੇਪਰ ਦੇਣਾ ਹੈ, PSCB ਕਲਰਕ ਦਾ 2 ਸਾਲ ਪਹਿਲਾਂ ਪੇਪਰ ਆਇਆ ਸੀ ਉਹਦਾ ਪੇਪਰ ਦੇਣਾ ਹੈ ਜੀ, ਮਾਸਟਰ ਕੇਡਰ ਦਾ ਪੇਪਰ ਦੇਣਾ ਹੈ। ਤਾਂ ਬਹੁਤ ਟੌਪ ਲੈਵਲ ਦੇ ਇਹਦੇ ਵਿੱਚ ਕੀ ਨੇ ਜੀ, ਕੁਐਸਚਨਸ ਨੇ, ਠੀਕ ਹੈ। ਇੱਕ ਹੀ ਕੁਐਸਚਨ ਨਹੀਂ ਇਹਦੇ ਵਿੱਚ, ਠੀਕ ਹੈ। ਮਤਲਬ ਜੇ ਤੁਸੀਂ ਇੱਕ ਕੁਐਸਚਨ ਕਰਦੇ ਹੋ ਤਾਂ ਇੱਕ ਕੁਐਸਚਨ ਨਹੀਂ ਕਵਰ ਹੋਊਗਾ, ਤੁਹਾਡੇ 10 ਤੋਂ 20 ਕੁਐਸਚਨ ਕਵਰ ਹੋ ਸਕਦੇ ਨੇ, ਠੀਕ ਹੈ, ਜੇ ਤੁਸੀਂ ਧਿਆਨ ਨਾਲ ਸੈਸ਼ਨ ਨੂੰ ਪ੍ਰਪੇਅਰ ਕਰਦੇ ਹੋ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੀ ਤਰਫ। ਦਾ ਇੰਡੀਆ ਵਾਰ ਆਫ ਇੰਡੀਪੈਂਡੈਂਸ ਬੁੱਕ ਵਾਜ਼ ਰਿਟਨ ਬਾਏ, ਸੁਪਰ ਇੰਪੋਰਟੈਂਟ ਹੈ ਜੀ। ਜਿਹੜੀ ਇਹ ਕਿਤਾਬ ਹੈ ਇਹ ਕਿਹਨੇ ਲਿਖੀ ਹੈ ਜੀ, ਇਹ ਲਿਖੀ ਹੈ ਜੀ ਕਾਰਲ ਮਾਰਕਸ ਨੇ, ਠੀਕ ਹੈ ਜੀ। ਕਾਰਲ ਮਾਰਕਸ ਨੇ ਲਿਖੀ ਹੈ। ਕਾਰਲ ਮਾਰਕਸ ਦੀ ਇੱਕ ਕਿਤਾਬ ਤੁਸੀਂ ਔਰ ਯਾਦ ਰੱਖ ਸਕਦੇ ਹੋ, 10 ਕੈਪੀਟਲ, ਠੀਕ ਹੈ, ਜਾਂ 10 ਕੈਪੀਟਲ, ਠੀਕ ਹੈ। ਤਾਂ ਕਿਹਦੀ ਹੈ ਜੀ, ਐਗਜ਼ਾਮ 'ਚ ਪੁੱਛ ਸਕਦੇ ਨੇ, ਕਾਰਲ ਮਾਰਕਸ ਦੀ, ਠੀਕ ਹੈ ਜੀ। ਸ਼ੁਰੂ ਤੋਂ ਲੱਗਦੇ ਆ VD ਸਰਵਾਕਰ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀਰ ਸਰਵਾਕਰ, ਠੀਕ ਹੈ। ਇਹਨਾਂ ਦੀ ਕਿਤਾਬ ਤੁਸੀਂ ਯਾਦ ਰੱਖਣੀ ਹੈ, ਬਿਲਕੁਲ ਇਹਦੇ ਨਾਲ ਮਿਲਦੀ ਜੁਲਦੀ ਹੈ, ਬਸ ਥੋੜ੍ਹਾ ਜਿਹਾ ਡਿਫਰੈਂਸ ਹੈ। ਕੀ ਡਿਫਰੈਂਸ ਹੈ ਜੀ, ਦਾ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ, ਠੀਕ ਹੈ। ਦਾ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ ਕਿਹਦੀ ਕਿਤਾਬ ਹੈ, ਪੁੱਛ ਲੈਣਗੇ। ਤਾਂ ਵੀਰ ਸਰਵਾਕਰ ਦੀ ਹੈ, VD ਸਰਵਾਕਰ ਦੀ ਹੈ। ਬਟ ਜੇ ਦਾ ਇੰਡੀਆ ਵਾਰ ਆਫ ਇੰਡੀਪੈਂਡੈਂਸ ਪੁੱਛੇ ਤਾਂ ਕਿਹਦੀ ਹੈ ਜੀ, ਕਾਰਲ ਮਾਰਕਸ ਦੀ ਹੈ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੈ। ਵੀਰ ਸਰਵਾਕਰ ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਕਿ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਦੇ ਵਿੱਚ ਕੀ ਸੀਗਾ ਜੀ, ਇਹਨਾਂ ਨੂੰ ਕੈਦ ਕਰ ਰੱਖਿਆ ਸੀ, ਠੀਕ ਹੈ ਜੀ। ਜੇਲ੍ਹ ਸੀਗੀ ਉੱਥੇ, ਉੱਥੇ ਇਹਨਾਂ ਨੇ ਕੀ ਕੀਤਾ ਜੀ, ਆਪਣੀ ਜਿਹੜੀ ਸਾਰੀ ਲਾਈਫ ਸੀਗੀ ਜਾਂ ਲਾਈਫ ਦੇ ਕੁਛ ਕੁ ਹਿੱਸੇ ਸੀ ਉਹ ਸਾਰਾ ਕੀ ਸੀਗਾ, ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਕੰਧਾਂ ਦੇ ਉੱਤੇ ਹਿਸਟਰੀ ਲਿਖਤੀ ਸੀ, ਠੀਕ ਹੈ। ਪੇਪਰ 'ਚ ਪੁੱਛ ਸਕਦੇ ਨੇ, ਠੀਕ ਹੈ। ਵੀਰ ਸਰਵਾਕਰ ਨੇ ਲਿਖਤੀ ਸੀ, ਜੇਲ੍ਹ ਦੀਆਂ ਕੰਧਾਂ ਦੇ ਉੱਤੇ ਸਾਰੀ ਹਿਸਟਰੀ ਲਿਖਤੀ ਸੀ। ਤਾਂ ਯਾਦ ਰੱਖਿਓ VD ਸਰਵਾਕਰ। ਇੱਕ ਚੀਜ਼ ਹੋਰ ਯਾਦ ਰੱਖ ਲਿਓ ਵੀਰ ਸਰਵਾਕਰ ਦੇ ਨਾਲ ਜੀ, ਅਭਿਨਵ ਭਾਰਤ, ਇਹ ਵੀ ਇੱਕ ਕੀ ਸੀਗਾ ਜੀ, ਵਰਕ ਸੀਗਾ, ਅਭਿਨਵ ਭਾਰਤ, ਠੀਕ ਹੈ। ਇਹ ਕਿਹਦੇ ਨਾਲ ਸੰਬੰਧਿਤ ਹੈ ਜੀ, ਇਹ ਵੀ ਵੀਰ ਸਰਵਾਕਰ ਦੇ ਨਾਲ ਸੰਬੰਧਿਤ ਹੈ ਜੀ। SN ਸੈਨ 'ਤੇ ਆਉਂਦੇ ਆ ਜੀ, ਇਹਨਾਂ ਦੀ ਕਿਤਾਬ ਵੀ ਕੀ ਹੈ ਜੀ, ਕੀ ਨਾਮ ਹੈ ਜੀ, 1857, ਠੀਕ ਹੈ। ਇਹਨਾਂ ਦੀ ਕਿਤਾਬ ਕੀ ਹੈ ਜੀ, 1857। ਜਿਹੜੀਆਂ ਇਹ ਮੈਂ ਤੁਹਾਨੂੰ ਗੱਲਾਂ ਦੱਸੀਆਂ ਨਾ, ਜਿਵੇਂ 1857 ਜੀ, ਦਾ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ, ਦਾ ਇੰਡੀਆ ਵਾਰ ਆਫ ਇੰਡੀਪੈਂਡੈਂਸ, ਇਹ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਇਹ 1857 ਦੇ ਵਿਦਰੋਹ ਦੇ ਨਾਲ ਰਿਲੇਟਡ ਨੇ, ਉਹਦੇ ਸੰਬੰਧਿਤ ਇਹ ਲਿਖੀਆਂ ਹੋਈਆਂ ਨੇ, ਠੀਕ ਹੈ ਜੀ। 1857 ਦਾ ਜਿਹੜਾ ਵਿਦਰੋਹ ਸੀ ਇਹਨੂੰ ਕੀ ਕਹਿੰਦੇ ਨੇ ਜੀ, ਹੋਰ ਸਪਾਈ ਆਫ ਮਿਊਟਨੀ, ਸਿਪਾਹੀਆਂ ਦਾ ਵਿਦਰੋਹ ਹੈ ਜੀ, ਠੀਕ ਹੈ ਜੀ। ਅਤੇ ਪੁੱਛ ਸਕਦੇ ਨੇ ਕਿ ਜਦੋਂ 1857 ਦਾ ਵਿਦਰੋਹ ਹੋਇਆ ਤਾਂ ਉਦੋਂ ਸਾਡਾ ਵਾਇਸਰਾਏ ਕੌਣ ਸੀਗਾ ਜੀ, ਤਾਂ ਲਾਰਡ ਕੈਨਿੰਗ ਸੀਗਾ, ਠੀਕ ਹੈ ਜੀ। ਮੰਗਲ ਪਾਂਡੇ, ਠੀਕ ਹੈ ਜੀ। ਮੰਗਲ ਪਾਂਡੇ ਕੌਣ ਸੀਗਾ ਜੀ, 34th ਇਨਫੈਂਟਰੀ, ਠੀਕ ਹੈ, ਮਿਲਟਰੀ ਨੇਮ ਹੈ ਜੀ। 34th ਇਨਫੈਂਟਰੀ ਦਾ ਜਨਰਲ ਸੀਗਾ ਜੀ, ਠੀਕ ਹੈ ਜੀ। ਜਿਹਨੇ ਕੀ ਕੀਤਾ ਸੀ, 2 ਅੰਗਰੇਜ਼ ਮਾਰਤੇ ਸੀਗੇ ਜੀ, ਠੀਕ ਹੈ। ਆਫਿਸਰ ਹੋਣਗੇ ਨਾਲ ਦੇ, ਤਾਂ ਪੇਪਰ 'ਚ ਪੁੱਛ ਸਕਦੇ ਨੇ ਕਿਹੜੇ ਕਿਹੜੇ ਸੀ ਜੀ, ਹਿਊਜ਼ਨ ਅਤੇ ਬੌਗ, BAUGH, ਬੌਗ, ਠੀਕ ਹੈ ਜੀ। ਹਿਊਜ਼ਨ ਐਂਡ ਬੌਗ, ਠੀਕ ਹੈ, ਯਾਦ ਰੱਖਿਓ। ਅਤੇ ਸੈਯਦ ਅਹਿਮਦ ਖਾਨ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ। 1875 ਦੇ ਵਿੱਚ ਅਲੀਗੜ੍ਹ ਮੂਵਮੈਂਟ ਚਲਾਈ ਸੀ, ਪੁੱਛ ਸਕਦੇ ਆ ਪੇਪਰ 'ਚ, ਅਲੀਗੜ੍ਹ ਮੂਵਮੈਂਟ ਕਿਹਨੇ ਚਲਾਈ, ਸੈਯਦ ਅਹਿਮਦ ਖਾਨ ਨੇ। ਕਦੋਂ, 1875 ਦੇ ਵਿੱਚ। ਅਲੀਗੜ੍ਹ ਯੂਨੀਵਰਸਿਟੀ ਵੀ ਇਹਨਾਂ ਨੇ ਬਣਾਈ ਸੀ, ਇੰਨੀ ਗੱਲ ਵੀ ਤੁਸੀਂ ਕੀ ਹੈ ਜੀ, ਯਾਦ ਰੱਖਿਓ, ਸੁਪਰ ਇੰਪੋਰਟੈਂਟ ਹੈ। ਦਾ ਸੌਂਗ ਬੰਦੇ ਮਾਤਰਮ ਕੰਪੋਜ਼ਡ ਇਨ ਵਿਚ ਲੈਂਗੁਏਜ, ਸੁਪਰ ਇੰਪੋਰਟੈਂਟ ਹੈ ਜੀ। ਪਹਿਲੀ ਗੱਲ ਤਾਂ, ਠੀਕ ਹੈ ਜੀ, ਕੀ ਹੈ ਜੀ, ਬੰਦੇ ਮਾਤਰਮ ਸਾਡਾ ਨੈਸ਼ਨਲ ਸੌਂਗ ਹੈ ਜੀ, ਨੈਸ਼ਨਲ ਸੌਂਗ ਹੈ ਜੀ, ਠੀਕ ਹੈ। ਇਹਦਾ ਜਿਹੜਾ ਸਹੀ ਆਨਸਰ ਆ ਉਹ ਕੀ ਹੈ ਜੀ, ਇਹ ਹੈਗਾ ਜੀ ਸੰਸਕ੍ਰਿਤ, ਠੀਕ ਹੈ, ਸੰਸਕ੍ਰਿਤ। ਬੰਦੇ ਮਾਤਰਮ ਜਿਹੜਾ ਨੈਸ਼ਨਲ ਸੌਂਗ ਹੈ ਜੀ ਸਾਡਾ, ਇਹ ਲਿਖਿਆ ਕਿਹਨਾਂ ਨੇ ਹੈ ਜੀ, ਇਹ ਲਿਖਿਆ ਜੀ ਬੰਕਿਮ ਚੰਦਰ ਚੈਟਰਜੀ ਨੇ,
ठीक है, बैंकम चंद्र चैटर्जी ने। ठीक है, ਜਿਹੜਾ ਇਹ ਪਬਲਿਸ਼ ਹੋਇਆ ਸੀਗਾ ਇਹ ਕਿਹੜੇ ਨਾਵਲ ਦੇ ਵਿੱਚ ਪਬਲਿਸ਼ ਹੋਇਆ ਸੀ, ਪੁੱਛ ਸਕਦੇ ਨੇ ਪੇਪਰ 'ਚ, ਪੁੱਛਦੇ ਵੀ ਨੇ। ਆਨੰਦ ਮਠ PPSC ਦਾ ਇੱਕ ਪੇਪਰ ਹੋਇਆ ਸੀਗਾ ਜੀ, ਠੀਕ ਹੈ, ਉਹਦੇ ਵਿੱਚ ਪੁੱਛਿਆ ਸੀਗਾ ਜੀ। ਤਾਂ ਕਿਹੜੇ ਨਾਵਲ ਦੇ ਵਿੱਚ ਪਬਲਿਸ਼ ਹੋਇਆ ਸੀਗਾ ਜੀ, ਬੰਦੇ ਮਾਤਰਮ ਆਨੰਦ ਮਠ ਦੇ ਵਿੱਚ। ਜਿਹੜਾ ਬੰਦੇ ਮਾਤਰਮ ਆਪਣਾ ਨੈਸ਼ਨਲ ਸੌਂਗ ਹੈ ਜੀ, ਇਹਨੂੰ ਗਾਉਣ ਦੇ ਲਈ ਕਿੰਨਾ ਸਮਾਂ ਲੱਗਦਾ ਹੈ, 65 ਸਕਿੰਟ ਲੱਗਦੇ ਨੇ ਜੀ। ਠੀਕ ਹੈ, ਯਾਦ ਰੱਖਿਓ 65 ਸੈਕਿੰਡ ਲੱਗਦੇ ਨੇ, ਮਤਲਬ 1 ਮਿੰਟ 5 ਸਕਿੰਟ। ਸਾਨੂੰ ਕਿਵੇਂ ਵੀ ਉਹ ਪੇਪਰ ਦੇ ਵਿੱਚ ਪਾ ਸਕਦਾ ਹੈ। ਠੀਕ ਹੈ ਜੀ, ਸਾਡਾ ਜਿਹੜਾ ਨੈਸ਼ਨਲ ਸੌਂਗ ਹੈ ਜੀ ਇਹ ਸਾਰਿਆਂ ਨਾਲੋਂ ਪਹਿਲੀ ਵਾਰ ਕਦੋਂ ਗਾਇਆ ਗਿਆ, ਤਾਂ ਇਹ ਗਾਇਆ ਗਿਆ ਜੀ 1896 ਦੇ ਵਿੱਚ ਗਾਇਆ ਗਿਆ ਜੀ। ਠੀਕ ਹੈ, 1896 ਈਅਰ ਦੇ ਨਾਲ ਰਿਲੇਟਡ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਕਿ ਪਹਿਲੀਆਂ ਮਾਡਰਨ ਓਲੰਪਿਕ ਗੇਮਾਂ ਕਦੋਂ ਹੋਈਆਂ, ਇਹ ਹੋਈਆਂ ਜੀ 1896 ਦੇ ਵਿੱਚ। ਠੀਕ ਹੈ ਜੀ, ਆਪਾਂ ਦੇਖੋ ਕਿੱਥੋਂ ਦੀ ਕਿੱਥੋਂ ਚੱਲ ਗਈ ਗੱਲ, ਕਿੱਥੇ ਪਹੁੰਚ ਜਾਂਦੀ ਹੈ। ਤਾਂ 1896 ਦੇ ਜਿਹੜਾ 1896 ਦੇ ਵਿੱਚ ਕਲਕੱਤਾ ਸੈਸ਼ਨ ਸੀ, ਉਹਦੇ ਵਿੱਚ ਕੀ ਸੀਗਾ ਜੀ, ਬੰਦੇ ਮਾਤਰਮ ਨੈਸ਼ਨਲ ਸੌਂਗ ਸੀਗਾ ਜਿਹੜਾ ਪਹਿਲੀ ਵਾਰ ਗਾਇਆ ਗਿਆ ਸੀ। ਠੀਕ ਹੈ, ਹੋਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਜੀ ਬੰਦੇ ਮਾਤਰਮ ਜਿਹੜਾ ਸਾਡਾ ਨੈਸ਼ਨਲ ਸੌਂਗ ਸੀ ਇਹ ਅਡੋਪਟ ਕਦੋਂ ਹੋਇਆ। ਠੀਕ ਹੈ ਜੀ, ਇਹ ਅਡੋਪਟ ਕੀਤਾ ਗਿਆ 26 ਜਨਵਰੀ 1950 ਨੂੰ। ਠੀਕ ਹੈ ਜੀ, 26 ਜਨਵਰੀ 1950 ਨੂੰ ਕੀ ਕੀਤਾ ਗਿਆ ਜੀ, ਅਡੋਪਟ ਕੀਤਾ ਗਿਆ। ਹੁਣ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਨੈਸ਼ਨਲ ਸੌਂਗ ਦੇ ਬਾਰੇ, ਸੌਰੀ ਨੈਸ਼ਨਲ ਐਂਥਮ ਦੇ ਬਾਰੇ। ਨੈਸ਼ਨਲ ਸਾਡਾ ਜਿਹੜਾ ਐਂਥਮ ਹੈਗਾ, ਰਾਸ਼ਟਰੀ ਗਾਨ ਹੈ ਜੀ, ਉਹ ਕੀ ਹੈ ਜੀ, ਜਨ ਗਣ ਮਨ ਹੈ ਜੀ। ਠੀਕ ਹੈ, ਲਿਖਿਆ ਕਿਹਨੇ ਹੈ ਜੀ, ਰਵਿੰਦਰ ਨਾਥ ਟੈਗੋਰ ਨੇ। ਠੀਕ ਹੈ ਜੀ, ਕਿਹੜੀ ਲੈਂਗੁਏਜ ਦੇ ਵਿੱਚ ਕੀਤਾ ਸੀ, ਲਿਖਿਆ ਸੀਗਾ ਜੀ ਬੰਗਾਲੀ ਦੇ ਵਿੱਚ। ਇੰਨੀ ਗੱਲ ਵੀ ਯਾਦ ਰੱਖਣੀ ਹੈ। ਜਿਹੜਾ ਇਹ ਅਡੋਪਟ ਕੀਤਾ ਗਿਆ ਸਾਡਾ ਨੈਸ਼ਨਲ ਐਂਥਮ, ਇਹ ਕਦੋਂ ਕੀਤਾ ਗਿਆ ਜੀ, 24 ਜਨਵਰੀ 1950। ਠੀਕ ਹੈ, ਥੋੜ੍ਹਾ ਜਿਹਾ ਡਿਫਰੈਂਸ ਹੈ ਜੀ, 2 ਦਿਨਾਂ ਦਾ ਡਿਫਰੈਂਸ ਹੈ। ਜਿਹੜਾ ਨੈਸ਼ਨਲ ਸੌਂਗ ਹੈ ਜੀ ਉਹ ਅਡੋਪਟ ਕੀਤਾ ਗਿਆ 26 ਜਨਵਰੀ 1950 ਨੂੰ। ਜਿਹੜਾ ਨੈਸ਼ਨਲ ਐਂਥਮ ਹੈ ਉਹ ਹੈਗਾ ਜੀ 24 ਜਨਵਰੀ 1950 ਨੂੰ ਅਡੋਪਟ ਕੀਤਾ ਗਿਆ। ਜਿਹੜਾ ਨੈਸ਼ਨਲ ਐਂਥਮ ਹੈ ਇਹ ਗਾਇਆ ਕਿੰਨੇ ਸਮੇਂ 'ਚ ਜਾਂਦਾ ਜੀ, 52 ਸੈਕਿੰਡਸ ਦੇ ਵਿੱਚ ਗਾਇਆ ਜਾਂਦਾ। ਇੰਨੀ ਗੱਲ ਧਿਆਨ ਦੇ ਵਿੱਚ ਰੱਖਿਓ। ਜਿਹੜਾ ਨੈਸ਼ਨਲ ਐਂਥਮ ਹੈ ਇਹ ਸਾਰਿਆਂ ਨਾਲੋਂ ਪਹਿਲਾਂ ਕਦੋਂ ਗਾਇਆ ਗਿਆ, 1911 ਦੇ ਵਿੱਚ। ਇਹਦੇ ਵੀ ਕਿਹੜਾ ਸੈਸ਼ਨ ਸੀਗਾ ਜੀ, ਕਲਕੱਤਾ ਸੈਸ਼ਨ। ਉਦੋਂ ਦਿੱਲੀ ਦਰਬਾਰ ਲੱਗਿਆ ਸੀ। ਠੀਕ ਹੈ ਜੀ, ਦਿੱਲੀ ਦਰਬਾਰ ਦੇ ਵਿੱਚ ਗਾਇਆ ਗਿਆ ਸੀਗਾ। ਠੀਕ ਹੈ, 2 ਵਾਰ ਦਿੱਲੀ ਦਰਬਾਰ ਲੱਗਿਆ, ਮੈਂ ਪਹਿਲਾਂ ਵਾਲੀਆਂ ਵੀਡੀਓਜ਼ 'ਚ ਵੀ ਮੈਨੂੰ ਲੱਗਦਾ ਸ਼ਾਇਦ ਦੱਸ ਚੁੱਕਿਆ। ਠੀਕ ਹੈ, ਇੱਕ ਸੀਗਾ 1878 ਦੇ ਵਿੱਚ, 1877 ਦੇ ਵਿੱਚ ਲੱਗਿਆ ਸੀਗਾ ਜੀ। ਠੀਕ ਹੈ, ਇੱਕ ਦਿੱਲੀ ਦਰਬਾਰ, ਕਿਉਂਕਿ ਉਦੋਂ ਲਾਰਡ ਲਿਟਨ ਕੀ ਸੀਗਾ ਜੀ, ਸਾਡਾ ਵਾਇਸਰਾਏ ਸੀਗਾ। ਇੱਕ 1877 ਦੇ ਵਿੱਚ ਦਿੱਲੀ ਦਰਬਾਰ ਲੱਗਿਆ ਜੀ, ਇੱਕ 1911 ਦੇ ਵਿੱਚ ਲੱਗਿਆ। ਇੰਨੀ ਗੱਲ ਯਾਦ ਰੱਖਿਓ। ਠੀਕ ਹੈ ਜੀ, द गवर्नमेंट ऑफ इंडिया रीनेम्ड द नरेगा एज द मनरेगा इन ईयर। थोड़ा जिहा क्वेश्चन के उत्ते गौर करियो। पहली गल तो उन्हें कहा भी रीनेम कदों किया गया, नरेगा तो मनरेगा कदों बनया, तो यह बनया जी 2 अक्तूबर 2009 नूं। ठीक है जी, नरेगा नरेगा सुड तो पेपर के फुल फॉर्म पुछ लेंदे ने, नैशनल रूरल इंपलॉयमेंट गारंटी एक्ट कहते हैं। ठीक है जी, ਇਹਦਾ ਜਿਹੜਾ ਨਾਮ ਸੀਗਾ ਉਹ ਚੇਂਜ ਕਰਕੇ ਕੀ ਕਰਤਾ ਜੀ, ਮਹਾਤਮਾ ਗਾਂਧੀ। ਠੀਕ ਹੈ, ਐਮ ਦਾ ਮਤਲਬ ਬਸ ਤੁਸੀਂ ਇੱਥੇ ਯਾਦ ਰੱਖਣਾ ਹੈ, ਮਹਾਤਮਾ ਗਾਂਧੀ, ਬਾਕੀ ਸਾਰਾ ਸੇਮ, ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਠੀਕ ਹੈ ਜੀ, ਸੁਪਰ ਇੰਪੋਰਟੈਂਟ ਕੁਐਸਚਨ ਹੈ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਜਿਹੜਾ ਇਹ ਕੇਮ ਇਨਟੂ ਫੋਰਸ ਮਤਲਬ ਕਦੋਂ ਇੰਪਲੀਮੈਂਟ ਹੋਇਆ, ਕੇਮ ਇਨਟੂ ਫੋਰਸ 2 ਫੈਬਰਵਰੀ 2006 ਨੂੰ ਹੋਇਆ। ਠੀਕ ਹੈ ਜੀ, ਐਕਟ ਕਦੋਂ ਆਇਆ, 7 ਫਰਵਰੀ 2005। 2 ਅਕਤੂਬਰ ਨੂੰ ਇੱਕ ਤੁਸੀਂ ਯਾਦ ਰੱਖ ਸਕਦੇ ਹੋ ਕੀ ਸੀਗਾ ਜੀ, ਗਾਂਧੀ ਜੀ ਦਾ ਕੀ ਹੋਇਆ ਸੀਗਾ, ਜਨਮ ਹੋਇਆ ਸੀ। ਠੀਕ ਹੈ ਜੀ, 2 ਅਕਤੂਬਰ ਗੁਜਰਾਤ ਪੋਰਬੰਦਰ ਦੇ ਵਿੱਚ। ਗਾਂਧੀ ਜੀ ਜਦੋਂ ਪੇਪਰ 'ਚ ਪੁੱਛ ਸਕਦੇ ਨੇ, ਗਾਂਧੀ ਜਿਹੜਾ ਸੀਗਾ ਉਹ ਸਾਊਥ ਅਫਰੀਕਾ ਕਦੋਂ ਗਿਆ, ਡਿਪਾਰਚਰ ਆਫ ਗਾਂਧੀ, ਤਾਂ ਉਹ ਗਏ ਜੀ 1893 ਦੇ ਵਿੱਚ। ਇੰਨੀ ਗੱਲ ਵੀ ਯਾਦ ਰੱਖਿਓ। ਗਾਂਧੀ ਭਾਰਤ ਕਦੋਂ ਆਇਆ, ਤਾਂ ਇਹ ਪੁੱਛ ਸਕਦੇ ਨੇ 9 ਜਨਵਰੀ 1915 ਨੂੰ ਗਾਂਧੀ ਜੀ ਸੀਗੇ ਜਿਹੜੇ ਉਹ ਭਾਰਤ ਆਏ 9 ਜਨਵਰੀ 1915 ਨੂੰ। ਇਸ ਲਈ 9 ਜਨਵਰੀ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਜੀ, NRI ਡੇ। ਠੀਕ ਹੈ, ਇਹ ਵੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਗਾਂਧੀ ਜੀ ਦੇ ਪੋਲੀਟੀਕਲ ਗੁਰੂ ਕੌਣ ਸੀਗੇ ਜੀ, ਗੋਪਾਲ ਕ੍ਰਿਸ਼ਨ ਗੋਖਲੇ, GK ਗੋਖਲੇ ਯਾਦ ਰੱਖਿਓ। ਠੀਕ ਹੈ ਜੀ, GK ਗੋਖਲੇ ਦੇ ਜਿਹੜੇ ਪੋਲੀਟੀਕਲ ਗੁਰੂ ਸੀ ਉਹ ਕੌਣ ਸੀ ਜੀ, MG ਰਾਨਾਡੇ। ਠੀਕ ਹੈ ਜੀ, ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ।
ਹਾਊ ਮੈਨੀ ਟਾਈਮਸ ਟਿਲ ਨਾਓ ਪ੍ਰੈਂਬਲ ਅਮੈਂਡਡ, ਪੇਪਰ 'ਚ ਪੁੱਛ ਸਕਦੇ ਨੇ ਕਿ ਪ੍ਰੈਂਬਲ ਹੈ ਜਿਹੜਾ ਉਹ ਕਿੰਨੇ ਵਾਰ ਅਮੈਂਡ ਹੋਇਆ ਹੈ। ਤਾਂ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਤਾਂ ਇੱਕ ਵਾਰ ਅਮੈਂਡ ਹੋਇਆ। ਕਦੋਂ ਜੀ? 42ਵੀਂ ਸੋਧ ਦੇ ਰਾਹੀਂ, 42ਵੀਂ ਅਮੈਂਡਮੈਂਟ ਦੇ ਰਾਹੀਂ, ਜਿਹੜੀ ਕਦੋਂ ਹੋਈ ਜੀ? 1976 ਦੇ ਟਾਈਮ ਹੋਈ ਜੀ। ਠੀਕ ਹੈ। ਅਤੇ ਹੋਰ ਤੁਸੀਂ ਯਾਦ ਰੱਖ ਸਕਦੇ ਹੋ ਪ੍ਰੈਂਬਲ ਹੈ ਜਿਹੜਾ ਅਸੀਂ ਉਹ ਕਿੱਥੋਂ ਲਿਆ ਜੀ? ਕਿਹੜੇ ਦੇਸ਼ ਤੋਂ ਬੋਰੋ ਕੀਤਾ ਜੀ? USA ਤੋਂ ਕੀਤਾ ਹੈ। ਬਟ ਥੋੜ੍ਹਾ ਜਿਹਾ ਤੁਹਾਨੂੰ ਮੈਂ ਚੇਂਜ ਦੱਸੂਗਾ ਇਹਦੇ ਵਿੱਚ। ਪਹਿਲਾਂ ਪ੍ਰੈਂਬਲ ਦੇ ਬਾਰੇ ਆਪਾਂ ਡਿਸਕਸ ਕਰ ਲਈਏ। USA ਤੋਂ ਲਿਆ ਜੀ। ਅਤੇ ਪ੍ਰੈਂਬਲ ਨੂੰ ਡਿਜ਼ਾਈਨ ਕਿਹਨੇ ਕੀਤਾ ਜੀ? ਰਾਮ ਮਨੋਹਰ ਸਿਨਹਾ। ਠੀਕ ਹੈ ਜੀ, ਰਾਮ ਮਨੋਹਰ ਸਿਨਹਾ ਨੇ ਕੀ ਕੀਤਾ ਜੀ? ਪ੍ਰੈਂਬਲ ਨੂੰ ਡਿਜ਼ਾਈਨ ਕੀਤਾ ਹੈ। ਹੋਰ ਤੁਸੀਂ ਯਾਦ ਰੱਖ ਸਕਦੇ ਹੋ ਕਿ 42ਵੀਂ ਅਮੈਂਡਮੈਂਟ ਦੇ ਨਾਲ ਜਿਹੜੇ ਪ੍ਰੈਂਬਲ ਦੇ ਵਿੱਚ ਵਰਡ ਐਡ ਕੀਤੇ ਗਏ ਨੇ ਉਹ ਕਿਹੜੇ ਕਿਹੜੇ ਕੀਤੇ ਨੇ? ਇੱਕ ਤਾਂ ਜੀ ਸੋਸ਼ਲਿਸਟ, ਠੀਕ ਹੈ, ਇੱਕ ਸੀਗਾ ਜੀ ਸੈਕੂਲਰ, ਠੀਕ ਹੈ, ਐਂਡ ਇੰਟੈਗਰਿਟੀ। 3 ਵਰਡਸ ਨੇ ਜਿਹੜੇ ਉਹ ਐਡ ਕੀਤੇ ਗਏ ਨੇ 42ਵੀਂ ਅਮੈਂਡਮੈਂਟ 1976। 42ਵੀਂ ਅਮੈਂਡਮੈਂਟ ਨੂੰ ਹੋਰ ਕੀ ਕਿਹਾ ਜਾਂਦਾ ਜੀ? ਤਾਂ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਮਿੰਨੀ ਕੌਂਸਟੀਟਿਊਸ਼ਨ। ਠੀਕ ਹੈ ਜੀ, ਇੰਨੀ ਗੱਲ ਯਾਦ ਰੱਖ ਲਿਓ। ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਸੀ ਉਹ ਕੀ ਸੀ ਜੀ? ਜਦੋਂ ਤਾਂ ਪ੍ਰੈਂਬਲ ਪੁੱਛੂਗਾ ਅਸੀਂ ਕਿਹਤੋਂ ਅਡੋਪਟ ਕੀਤਾ, ਕਿਹਤੋਂ ਲਿਆ, ਕਿਹਦਾ ਬੋਰੋਡ, ਕਿਹੜੇ ਦੇਸ਼ ਦਾ ਆਪਾਂ ਬੋਰੋ ਕੀਤਾ ਜੀ? ਤਾਂ ਇਹ ਕੀਤਾ ਜੀ USA ਦਾ। ਠੀਕ ਹੈ। ਬਟ ਜੇ ਪੁੱਛੇ ਲੈਂਗੁਏਜ ਆਫ ਪ੍ਰੈਂਬਲ, ਤਾਂ ਆਸਟ੍ਰੇਲੀਆ ਤੋਂ। ਠੀਕ ਹੈ ਜੀ, ਯਾਦ ਰੱਖਿਓ, ਆਸਟ੍ਰੇਲੀਆ ਤੋਂ। ਨੇਮ ਆਫ ਐਟਮ ਬੰਬ ਵਾਜ਼ ਡ੍ਰੌਪਡ ਔਨ ਹੀਰੋਸ਼ੀਮਾ। ਠੀਕ ਹੈ ਜੀ, ਕੀ ਹੈ ਜੀ? ਥੋੜ੍ਹਾ ਜਿਹਾ ਮੈਂ ਤੁਹਾਨੂੰ ਕੁਐਸਚਨ ਸਮਝਾਉਣਾ ਜੀ। ਦੇਖੋ, ਜਾਪਾਨ ਦੇ 2 ਸ਼ਹਿਰਾਂ ਉੱਤੇ ਕੀ ਸੀਗੇ ਜੀ? ਅਮਰੀਕਾ ਨੇ ਬੰਬ ਸਿੱਟੇ ਸੀ। ਇੱਕ ਸੀਗਾ ਜੀ ਹੀਰੋਸ਼ੀਮਾ ਦੇਸ਼, ਮਤਲਬ ਹੀਰੋਸ਼ੀਮਾ ਸ਼ਹਿਰ ਸੀਗਾ। ਇੱਕ ਸੀਗਾ ਜੀ ਨਾਗਾਸਾਕੀ। 2 ਸ਼ਹਿਰਾਂ 'ਤੇ ਬੰਬ ਸਿੱਟੇ ਸੀ। ਪੇਪਰ 'ਚ ਕੀ ਪੁੱਛਦਾ? ਆਹ ਤਾਂ ਸਾਰਿਆਂ ਨੂੰ ਪਤਾ ਹੁੰਦਾ ਵੀ ਕਿਹੜੇ ਕਿਹੜੇ ਦੇਸ਼ਾਂ ਸਿੱਟੇ ਸੀ, ਹੀਰੋਸ਼ੀਮਾ ਅਤੇ ਨਾਗਾਸਾਕੀ। ਬਟ ਇਹ ਨਹੀਂ ਪਤਾ ਹੁੰਦਾ ਵੀ ਜਿਹੜੇ ਐਟਮ ਬੰਬ ਸਿੱਟੇ ਸੀ ਉਹਨਾਂ ਐਟਮ ਬੰਬਾਂ ਦੇ ਨਾਂ ਕੀ ਸੀਗੇ। ਤਾਂ ਉਹ ਨਾਂ ਸੀਗਾ ਜੀ, ਤਾਂ ਪੁੱਛਿਆ ਹੀਰੋਸ਼ੀਮਾ 'ਤੇ ਜਿਹੜਾ ਸਿੱਟਿਆ ਸੀਗਾ ਜੀ ਉਹਦਾ ਨਾਂ ਸੀਗਾ ਜੀ ਲਿਟਲ ਬੋਆਏ। ਦੇਖੋ ਕਿੰਨਾ ਕਨਫਿਊਜ਼ ਕਰਕੇ ਪਾਇਆ ਹੋਇਆ, ਫੈਟ ਮੈਨ, ਫੈਟ ਬੋਆਏ, ਲਿਟਲ ਮੈਨ। ਠੀਕ ਹੈ, ਕਨਫਿਊਜ਼ ਕਰਕੇ ਪਾਇਆ ਹੋਇਆ। ਤਾਂ ਤੁਸੀਂ ਯਾਦ ਰੱਖਿਓ, ਸੀ ਆਨਸਰ ਇਹਦਾ ਜਿਹੜਾ ਹੈਗਾ ਜੀ ਉਹ ਸਹੀ ਆਨਸਰ ਹੈ ਲਿਟਲ ਬੋਆਏ। ਠੀਕ ਹੈ, ਹੀਰੋਸ਼ੀਮਾ 'ਤੇ ਕਿਹੜਾ ਬੰਬ ਸਿੱਟਿਆ ਸੀ? ਲਿਟਲ ਬੋਆਏ। ਠੀਕ ਹੈ, ਤੁਹਾਨੂੰ ਹੁਣ ਮੈਂ ਥੋੜ੍ਹਾ ਜਿਹਾ ਐਕਸਟਰਾ ਦੇ ਵਿੱਚ ਦੱਸਦਾ। ਦੇਖੋ ਜੀ, ਪਹਿਲਾ ਸ਼ਹਿਰ ਸੀਗਾ ਜਿਹੜਾ ਉਹ ਕਿਹੜੇ 'ਤੇ ਬੰਬ ਸਿੱਟਿਆ ਸੀ? ਹੀਰੋਸ਼ੀਮਾ 'ਤੇ। ਠੀਕ ਹੈ, ਦੂਜਾ ਸ਼ਹਿਰ ਸੀਗਾ ਜਿਹੜਾ ਉਹ ਕਿਹੜਾ ਸੀਗਾ ਜੀ? ਨਾਗਾਸਾਕੀ। ਦੋਨੇ ਜਿਹੜੇ ਕਿਹੜੇ ਕੰਟਰੀ ਦੇ ਸ਼ਹਿਰ ਨੇ? ਜਾਪਾਨ ਦੇ। ਇੰਨੀ ਗੱਲ ਕਲੀਅਰ ਹੈ। ਕਿਹਨੇ ਸਿੱਟੇ ਜੀ? USA ਨੇ। ਹੀਰੋਸ਼ੀਮਾ 'ਤੇ ਜਿਹੜਾ ਬੰਬ ਸਿੱਟਿਆ ਸੀਗਾ ਜੀ ਉਹ ਸਿੱਟਿਆ ਸੀਗਾ ਲਿਟਲ ਬੋਆਏ। ਜਿਹੜਾ ਨਾਗਾਸਾਕੀ 'ਤੇ ਬੰਬ ਸਿੱਟਿਆ ਸੀ ਉਹ ਸੀਗਾ ਜੀ ਫੈਟ ਮੈਨ। ਇੰਨੀ ਗੱਲ ਕਲੀਅਰ ਹੈ ਜੀ। ਠੀਕ ਹੈ ਜੀ, ਅਤੇ ਜਿਹੜਾ ਹੀਰੋਸ਼ੀਮਾ 'ਤੇ ਬੰਬ ਸਿੱਟਿਆ ਸੀ ਉਹ ਕਦੋਂ ਸੀਗਾ ਜੀ? 6 ਅਗਸਤ ਨੂੰ ਸਿੱਟਿਆ ਸੀਗਾ। ਇੰਨੀ ਗੱਲ ਵੀ ਕਲੀਅਰ ਰੱਖਣੀ ਹੈ। ਅਤੇ ਜਿਹੜਾ ਨਾਗਾਸਾਕੀ 'ਤੇ ਸਿੱਟਿਆ ਸੀਗਾ ਉਹ ਸਿੱਟਿਆ ਸੀਗਾ ਜੀ 9 ਅਗਸਤ ਨੂੰ। ਠੀਕ ਹੈ ਜੀ, ਅਤੇ 6 ਅਗਸਤ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਜੀ? ਹੀਰੋਸ਼ੀਮਾ ਡੇ ਮਨਾਇਆ ਜਾਂਦਾ ਹੈ। ਇੰਨੀ ਗੱਲ ਵੀ ਯਾਦ ਰੱਖਿਓ। 9 ਅਗਸਤ ਨੂੰ ਕਿਹੜਾ ਮਨਾਇਆ ਜਾਂਦਾ ਜੀ? ਨਾਗਾਸਾਕੀ ਡੇ। ਠੀਕ ਹੈ, 9 ਅਤੇ 9 ਅਗਸਤ। ਠੀਕ ਹੈ, 9 'ਤੇ ਨਾਗਾਸਾਕੀ, N 'ਤੇ ਨਾਗਾਸਾਕੀ। ਠੀਕ ਹੈ, ਇੰਨੀ ਗੱਲ ਯਾਦ ਰੱਖ ਲਿਓ। ਠੀਕ ਹੈ, ਸੁਪਰ ਇੰਪੋਰਟੈਂਟ ਹੈ। ਇਸ ਤੋਂ ਬਾਅਦ ਕੀ ਹੋ ਗਿਆ ਸੀਗਾ ਜੀ? 24 ਅਕਤੂਬਰ 1945 ਨੂੰ ਕੀ ਹੋਇਆ ਸੀਗਾ ਜੀ? UN ਬਣ ਗਈ ਸੀ। ਪੁੱਛ ਸਕਦੇ ਨੇ ਪੇਪਰ ਦੇ ਵਿੱਚ। ਠੀਕ ਹੈ ਜੀ, ਤਾਂ 6ਵੇਂ ਕੁਐਸਚਨ 'ਤੇ ਚੱਲਦੇ ਹਾਂ। ਡਿਪਾਰਟਮੈਂਟ ਆਫ ਦੀਵਾਨ ਏ ਖੈਰਾਤ ਵਾਜ਼ ਸੈਟ ਅਪ ਬਾਏ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਪਹਿਲਾਂ ਉਹ ਲਾ ਲਓ, ਫਿਰੋਜ਼ ਸ਼ਾਹ ਤੁਗਲਕ। ਠੀਕ ਹੈ ਜੀ, ਸਹੀ ਆਨਸਰ ਹੈ। ਦੀਵਾਨ ਏ ਖੈਰਾਤ ਹੈ ਜਿਹੜਾ, ਠੀਕ ਹੈ, ਇਹ ਡਿਪਾਰਟਮੈਂਟ ਹੈ ਕਾਹਦੇ ਨਾਲ ਰਿਲੇਟਡ? ਇਹਨੇ ਇਹਦੇ ਵਿੱਚ ਕੀ ਕੀਤਾ ਸੀ? ਮੈਰਿਜ ਆਫ ਪੂਅਰ ਗਰਲਸ, ਉਹਨਾਂ ਦੇ ਵਿਆਹਾਂ ਵਾਸਤੇ, ਗਰੀਬ ਕੁੜੀਆਂ ਦੇ ਵਿਆਹਾਂ ਵਾਸਤੇ, ਮੈਰਿਜ ਆਫ ਪੂਅਰ ਗਰਲਸ ਵਾਸਤੇ ਡਿਪਾਰਟਮੈਂਟ ਚਲਾਇਆ ਸੀ। ਕਿਹਨੇ ਜੀ? ਫਿਰੋਜ਼ ਸ਼ਾਹ ਤੁਗਲਕ ਨੇ। ਫਿਰੋਜ਼ ਸ਼ਾਹ ਤੁਗਲਕ ਸੀਗਾ ਜਿਹੜਾ ਇਹ ਤੁਗਲਕ ਵੰਸ਼ ਦਾ ਇੱਕ ਰਾਜਾ ਸੀਗਾ। ਠੀਕ ਹੈ, ਜਿਹਨੇ ਕਿ 2 ਵਾਟਰ ਟੈਕਸ ਲਾਏ। ਠੀਕ ਹੈ ਜੀ, ਵਾਟਰ ਟੈਕਸ ਲਾਏ। ਪੇਪਰ 'ਚ ਪੁੱਛ ਸਕਦੇ ਨੇ। ਇੱਕ ਤਾਂ ਹੈਗਾ ਜੀ ਹੱਕ ਏ ਸ਼ਰਾਬ, ਇੱਕ ਸੀਗਾ ਜੀ ਹਾਸਿਲ ਏ ਸ਼ਰਾਬ। ਠੀਕ ਹੈ ਜੀ, ਹੱਕ ਏ ਸ਼ਰਾਬ ਐਂਡ ਹਾਸਿਲ ਏ ਸ਼ਰਾਬ ਪੇਪਰ 'ਚ ਪੁੱਛ ਸਕਦੇ ਨੇ। ਕਾਹਦੇ ਨਾਲ ਰਿਲੇਟਡ ਟੈਕਸ ਨੇ ਜੀ ਇਹ? ਤਾਂ ਵਾਟਰ ਦੇ ਨਾਲ ਰਿਲੇਟਡ ਨੇ। ਠੀਕ, ਕਿਹਨੇ ਚਲਾਏ? ਫਿਰੋਜ਼ ਸ਼ਾਹ ਤੁਗਲਕ ਨੇ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਆ। ਫਿਰੋਜ਼ ਸ਼ਾਹ ਤੁਗਲਕ ਸੀਗਾ ਜਿਹੜਾ ਇਹ ਅਸ਼ੋਕ ਦੇ ਜਿਹੜੇ 2 ਪਿੱਲਰ ਸੀਗੇ ਉਹ ਚੱਕ ਲਿਆ ਸੀ। ਇੱਕ ਤਾਂ ਮੇਰਠ ਵਾਲਾ, ਠੀਕ ਹੈ, ਮੇਰਠ ਐਂਡ ਟਪਾਰਾ, ਇਹ ਵੀ ਯਾਦ ਰੱਖ ਸਕਦੇ ਹੋ। ਠੀਕ ਹੈ, ਫਿਰੋਜ਼ ਸ਼ਾਹ ਤੁਗਲਕ ਨੇ ਕੀ ਕੀਤਾ ਸੀਗਾ ਜੀ? ਕੁਤਬ ਮੀਨਾਰ ਯਾਦ ਆਇਆ ਕੁਛ?
ਕੁਤਬ ਮੀਨਾਰ ਦੀ ਕੀ ਕੀਤੀ ਸੀਗੀ, ਰਿਪੇਅਰ ਕਰਵਾਈ ਸੀ ਜਦੋਂ ਉਹਦੇ 'ਤੇ ਕੀ ਸੀਗੀ, ਬਿਜਲੀ ਡਿੱਗ ਪਈ ਸੀ। ਵੈਨ ਇਟ ਵਾਜ਼ ਸਟਕ ਬਾਏ ਲਾਈਟਨਿੰਗ, ਜਦੋਂ ਇਸ ਦੀ ਬਿਜਲੀ ਡਿੱਗ ਪਈ ਸੀ। ਕੁਤਬ ਮੀਨਾਰ ਦਾ ਜਿਹੜਾ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਕੀ ਇਤਿਹਾਸ ਆ। ਦੇਖੋ ਜੀ, ਕੁਤਬ ਮੀਨਾਰ ਦੇ ਨਾਲ ਰਿਲੇਟਡ ਤੁਹਾਨੂੰ 3 ਕੁਐਸਚਨ ਬਣਾ ਸਕਦੇ ਨੇ। ਕਿਵੇਂ ਕਿ ਕੁਤਬ ਮੀਨਾਰ ਦੀ ਕੰਸਟਰਕਸ਼ਨ ਸੀ ਜਿਹੜੀ ਉਹ ਕਿਹਨੇ ਸਟਾਰਟ ਕਰਵਾਈ, ਤਾਂ ਉਹ ਕਰਵਾਈ ਜੀ ਕੁਤਬਦੀਨ ਐਬਕ ਨੇ। ਇੰਨੀ ਗੱਲ ਕਲੀਅਰ ਹੈ ਜੀ। ਪੇਪਰ 'ਚ ਪੁੱਛ ਸਕਦੇ ਨੇ ਕਿ ਕੁਤਬ ਮੀਨਾਰ ਦੀ ਜਿਹੜੀ ਕੰਸਟਰਕਸ਼ਨ ਕੰਪਲੀਟ ਹੋਈ ਉਹ ਕਦੋਂ ਹੋਈ ਜਾਂ ਕਿਹਦੇ ਸਮੇਂ ਦੇ ਦੌਰਾਨ ਹੋਈ, ਤਾਂ ਹੋਈ ਜੀ ਇਲਤੁਤਮਿਸ਼ ਨੇ। ਤਾਂ ਇਲਤੁਤਮਿਸ਼ ਨੇ ਕੰਪਲੀਟ ਕਰਾਈ। ਠੀਕ ਹੈ, ਇਹਨੂੰ ਉਦੋਂ ਬਾਅਦ ਇਹਦੇ 'ਤੇ ਬਿਜਲੀ ਡਿੱਗ ਪਈ। ਠੀਕ ਹੈ ਜੀ, ਇਟ ਵਾਜ਼ ਸਟਕ ਬਾਏ ਲਾਈਟਨਿੰਗ, ਤਾਂ ਉਹ ਰਿਪੇਅਰ ਕਰਵਾਈ ਜੀ ਫਿਰੋਜ਼ ਸ਼ਾਹ ਤੁਗਲਕ ਨੇ। ਠੀਕ ਹੈ ਜੀ। ਇੱਕ ਅਲਾਈ ਫੋਰਟ ਪੁੱਛ ਸਕਦੇ ਨੇ, ਕਿਹਨੇ ਬਣਾਇਆ, ਅਲਾਈ ਦਰਵਾਜ਼ਾ, ਸੌਰੀ ਅਲਾਈ ਫੋਰਟ ਵੀ ਹੈ ਅਤੇ ਇੱਕ ਅਲਾਈ ਦਰਵਾਜ਼ਾ ਵੀ ਹੈ, ਦੋਨੇ ਹੀ ਹੈ। ਅਲਾਈ ਦਰਵਾਜ਼ਾ ਇਹ ਕੁਤਬ ਮੀਨਾਰ ਦਾ ਮੇਨ ਗੇਟ ਹੈ ਜੀ, ਇਹ ਬਣਾਇਆ ਸੀਗਾ ਅਲਾਉਦੀਨ ਖਿਲਜੀ ਨੇ। ਠੀਕ ਹੈ ਜੀ, ਕੁਤਬ ਮੀਨਾਰ ਦੇ ਨਾਲ ਰਿਲੇਟਡ ਹੈ। ਅਤੇ ਅਲਾਈ ਫੋਰਟ ਵੀ ਕਿਹਨੇ ਬਣਾਇਆ ਸੀਗਾ, ਅਲਾਉਦੀਨ ਖਿਲਜੀ ਨੇ। ਠੀਕ ਹੈ, ਮੈਂ ਦੁਬਾਰੇ ਦੱਸ ਦਿੰਦਾ। ਅਲਾਈ ਦਰਵਾਜ਼ਾ ਸੀਗਾ ਜਿਹੜਾ, ਇਹ ਕੀ ਸੀਗਾ ਜੀ, ਕੁਤਬ ਮੀਨਾਰ ਦੇ ਐਂਟਰੈਂਸ ਗੇਟ ਹੈ, ਇਹ ਕਿਹਨੇ ਬਣਾਇਆ, ਅਲਾਉਦੀਨ ਖਿਲਜੀ ਨੇ। ਇੱਕ ਅਲਾਈ ਫੋਰਟ ਹੈ ਜੀ, ਉਹ ਕਿਹਨੇ ਬਣਾਇਆ, ਉਹ ਵੀ ਅਲਾਉਦੀਨ ਖਿਲਜੀ ਨੇ ਬਣਾਇਆ। ਦੱਸ ਚੁੱਕਿਆ ਮੈਂ। ਅਲਾਉਦੀਨ ਖਿਲਜੀ ਦਾ ਓਰੀਜਨਲ ਨੇਮ ਕੀ ਸੀਗਾ, ਅਲੀ ਗੁਰਸ਼ਪ। ਠੀਕ ਹੈ, ਇਹਨੇ ਕੀ ਕੀਤਾ ਸੀਗਾ ਜੀ, ਗੁਜਰਾਤ ਨੂੰ ਜਦੋਂ ਜਿੱਤਿਆ ਸੀ ਤਾਂ ਉੱਥੋਂ ਕਿਹਨੂੰ ਲਿਆਇਆ ਸੀਗਾ ਜੀ ਚੱਕ ਕੇ, ਇਹ ਤਾਂ ਉੱਥੋਂ ਲਿਆਇਆ ਸੀਗਾ ਜੀ ਮਲਿਕ ਕਫੂਰ ਨੂੰ, ਅਤੇ ਅਕਵਾਇਰ ਕੀਤਾ ਸੀ ਮਲਿਕ ਕਫੂਰ ਨੂੰ। ਠੀਕ ਹੈ, ਤਾਂ ਉੱਥੋਂ ਦੀ ਪ੍ਰਿੰਸਸ ਸੀਗੀ, ਕੀ ਨਾਂ ਸੀ ਉਹਦਾ ਜੀ, ਇੱਥੇ ਲਿਖਦਾ ਮੈਂ, ਕਮਲਾ ਦੇਵੀ। ਠੀਕ ਹੈ, ਉੱਥੋਂ ਦੇ ਰਾਜੇ ਨੂੰ ਕੀ ਕਰਤਾ ਸੀ, ਮਾਰਤਾ ਸੀ, ਅਤੇ ਉਹਦੀ ਜਿਹੜੀ ਵਾਈਫ ਸੀ ਉਹਦੇ ਨਾਲ ਕੀ ਕਰਾ ਲਿਆ ਸੀ, ਵਿਆਹ ਕਰਵਾ ਲਿਆ ਸੀ। ਅਲਾਉਦੀਨ ਖਿਲਜੀ ਨੇ ਕੀ ਕੀਤਾ ਸੀਗਾ ਜੀ, ਦਾਗ ਐਂਡ ਚਿਹਰਾ। ਠੀਕ ਹੈ, ਦਾਗ ਕੀ ਸੀਗਾ, ਘੋੜਿਆਂ ਦੀ ਬ੍ਰੈਂਡਿੰਗ ਕਰਵਾਈ, ਅਤੇ ਚਿਹਰਾ ਕੀ ਸੀਗਾ ਜੀ, ਸੋਲਜਰਸ ਦੇ ਨਾਲ ਰਿਲੇਟਡ ਇੱਕ ਡਿਪਾਰਟਮੈਂਟ ਚਲਾਇਆ ਸੀ, ਉਹ ਵੀ ਅਲਾਉਦੀਨ ਖਿਲਜੀ ਦੇ ਦੁਆਰਾ ਚਲਾਇਆ ਗਿਆ। ਗਿਆਸੂਦੀਨ ਤੁਗਲਕ, ਇਹਨੂੰ ਕੀ ਕਹਿੰਦੇ ਨੇ ਜੀ, ਗਾਜੀ ਕਹਿੰਦੇ ਨੇ। ਠੀਕ ਹੈ, ਸਲੇਅਰ ਆਫ ਇਨਫਾਈਡਲਸ, ਦੁਸ਼ਮਣਾਂ ਦਾ ਕਾਤਿਲ ਕਿਹਨੂੰ ਕਹਿੰਦੇ ਆ ਜੀ, ਗਿਆਸੂਦੀਨ ਤੁਗਲਕ ਨੂੰ ਕਹਿੰਦੇ ਨੇ। ਇਹਦੇ ਮੁੰਡੇ ਦਾ ਨਾਂ ਕੀ ਸੀ, ਜੌਨਾ ਖਾਨ, ਜਿਹੜਾ ਕਿ ਕਾਹਦੇ ਨਾਮ ਨਾਲ ਜਾਣਿਆ ਜਾਂਦਾ ਜੀ, ਮੁਹੰਮਦ ਬਿਨ ਤੁਗਲਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁਹੰਮਦ ਬਿਨ ਤੁਗਲਕ ਨੂੰ ਕੀ ਕਹਿੰਦੇ ਆ ਜੀ, ਪੜ੍ਹਿਆ ਲਿਖਿਆ ਮੂਰਖ ਰਾਜਾ, ਕਿਉਂਕਿ ਜਿਹੜਾ ਇਹ ਮੁਹੰਮਦ ਬਿਨ ਤੁਗਲਕ ਸੀਗਾ, ਇਹ ਕੀ ਸੀਗਾ ਜੀ, ਅਰੈਬਿਕ, ਐਸਟਰੋਨੋਮੀ, ਮੈਥੇਮੈਟੀਸ਼ੀਅਨ ਸੀਗਾ ਜੀ, ਇਹ ਬਹੁਤ ਤਕੜਾ, ਮਤਲਬ ਠੀਕ ਹੈ ਵਿਦਵਾਨ ਸੀਗਾ, ਬਹੁਤ ਜ਼ਿਆਦਾ ਐਕਸਪਰਟ ਸੀਗਾ ਮੈਥੇਮੈਟਿਕਸ 'ਚ, ਅਰੈਬਿਕ 'ਚ, ਐਸਟਰੋਨੋਮੀ 'ਚ। ਬਟ ਇਹਦੀਆਂ ਜਿਹੜੀਆਂ ਵੀ ਇਹਨੇ ਗੱਲਾਂ ਕੀਤੀਆਂ ਨੇ, ਕੋਈ ਵੀ ਕਿਸੇ 'ਚ ਵੀ ਇਹ ਕੀ ਸੀਗਾ ਜੀ, ਕਾਮਯਾਬ ਨਹੀਂ ਹੋ ਸਕਿਆ। ਕਿਉਂ, ਕਿਉਂਕਿ ਜੀ ਇਹਨੇ ਕੀ ਕੀਤਾ ਜੀ, ਇੱਕ ਤਾਂ ਕਰੰਸੀ ਚੇਂਜ ਕਰਤੀ ਸੀ, ਉਹਦੇ ਵਿੱਚ ਇਹ ਸਫਲ ਨਹੀਂ ਹੋ ਪਾਇਆ। ਲੋਕਾਂ ਨੇ ਕੀ ਕੀਤਾ ਜੀ, ਜਾਲੀ ਕਰੰਸੀ ਕੀ ਸੀ, ਇੰਪਲੀਮੈਂਟ ਘਰੇ ਬਣਾਉਣ ਲੱਗ ਗਏ ਸੀਗੇ। ਉਦੋਂ ਬਾਅਦ ਇਹਨੇ ਕੀ ਕੀਤਾ ਜੀ, ਆਪਣੀ ਜਿਹੜੀ ਰਾਜਧਾਨੀ ਸੀ ਉਹ ਬਦਲਤੀ ਸੀਗੀ। ਠੀਕ ਹੈ ਜੀ, ਦਬਾਅ ਦੇ ਵਿੱਚ ਟੈਕਸ ਵਧਾਤਾ ਸੀ। ਕਰਾਚੀ ਇੱਕ ਸ਼ਹਿਰ ਸੀਗਾ, ਉਹਦੇ 'ਤੇ ਕੀ ਕਰਤਾ, ਹਮਲਾ ਕਰਤਾ, ਉੱਥੇ ਵੀ ਨਹੀਂ ਕਾਮਯਾਬ ਹੋਇਆ ਜੀ। ਠੀਕ ਹੈ, ਤਾਂ ਇਹ ਸਾਰੀਆਂ ਕੀ ਸੀਗੀਆਂ ਜੀ, ਮੂਰਖਤਾ ਵਾਲੀਆਂ ਗੱਲਾਂ ਸੀਗੀਆਂ ਜਿਹੜੀਆਂ ਕੀਤੀਆਂ ਇਹ ਮੁਹੰਮਦ ਬਿਨ ਤੁਗਲਕ ਨੇ। ਠੀਕ ਹੈ ਜੀ, ਅਤੇ ਹੋਰ ਆਪਾਂ ਮੁਹੰਮਦ ਬਿਨ ਤੁਗਲਕ, ਜੌਨਾ ਖਾਨ ਇਹਦਾ ਰੀਜਨਲ ਨੇਮ ਸੀਗਾ, ਦੱਸ ਚੁੱਕਿਆ ਮੈਂ। ਇੱਕ ਇਬਨ ਬਤੂਤਾ, ਪੇਪਰ 'ਚ ਪੁੱਛ ਸਕਦੇ ਨੇ, ਇਬਨ ਬਤੂਤਾ, ਮਰਾਕੋ ਸ਼ਹਿਰ ਹੈ ਜੀ, ਦੇਸ਼ ਹੈ, ਉਹਦਾ ਟਰੈਵਲਰ ਸੀਗਾ। ਉਹ ਕਿਹਦੇ ਸਮੇਂ 'ਚ ਆਇਆ ਜੀ, ਮੁਹੰਮਦ ਬਿਨ ਤੁਗਲਕ। ਉਹਨੇ ਕਿਹਾ ਸੀਗਾ ਕਿ ਕਹਿੰਦੇ ਜਿਹੜਾ ਗਿਆਸੂਦੀਨ ਤੁਗਲਕ ਸੀ ਨਾ, ਉਹ ਇੱਕ ਹਾਈ ਪਵੇਲੀਅਨ ਚਬੂਤਰੇ ਤੋਂ ਉਹਦੀ ਡਿੱਗਣ ਕਾਰਨ ਡੈਥ ਹੋ ਗਈ ਸੀ। ਤਾਂ ਇਬਨ ਬਤੂਤੇ ਨੇ ਕਿਹਾ ਸੀ ਕਿ ਜਿਹੜੀ ਇਹਦੀ ਗਿਆਸੂਦੀਨ ਤੁਗਲਕ ਦੀ ਡੈਥ ਹੈ, ਉਹ ਪ੍ਰੀ ਪਲਾਨ ਕੀਤੀ ਗਈ ਹੈ, ਕਿਹਦੇ ਦੁਆਰਾ, ਉਹਦੇ ਪੁੱਤਰ ਜੌਨੇ ਖਾਨ ਦੇ ਦੁਆਰਾ, ਮੁਹੰਮਦ ਬਿਨ ਤੁਗਲਕ ਦੇ ਦੁਆਰਾ। ਠੀਕ ਹੈ, ਇਬਨ ਬਤੂਤੇ ਦੀ ਇੱਕ ਕਿਤਾਬ ਯਾਦ ਰੱਖਣੀ ਹੈ, ਸੁਪਰ ਇੰਪੋਰਟੈਂਟ ਹੈ, ਰਹਿਲਾ। ਠੀਕ ਹੈ ਜੀ। ਹੂ ਪ੍ਰੋਕਲੇਮਡ ਦਾ ਕਿੰਗਸ਼ਿਪ ਨੋਜ਼ ਨੋ ਕਿਨਸ਼ਿਪ, ਇਹ ਗੱਲ ਜਿਹੜੀ ਦਾਅਵਾ ਕਰਦਾ ਸੀ, ਕੌਣ ਕਰਦਾ ਸੀ ਵੀ ਰਾਜਾ ਜਿਹੜਾ ਉਹਦਾ ਕੋਈ ਰਿਸ਼ਤੇਦਾਰ ਨਹੀਂ ਹੋਵੇਗਾ। ਠੀਕ ਹੈ, ਤਾਂ ਇਹ ਸੀਗਾ ਜੀ ਅਲਾਉਦੀਨ ਖਿਲਜੀ। ਠੀਕ ਹੈ ਜੀ, ਅਲਾਉਦੀਨ ਖਿਲਜੀ। ਬਹੁਤ ਕੁਝ ਦੱਸ ਚੁੱਕੇ ਹਾਂ। ਅਲੀ ਗੁਰਸ਼ਪ ਇਹਦਾ ਰੀਜਨਲ ਨੇਮ ਸੀ, ਦਾਗ ਐਂਡ ਚਿਹਰਾ। ਠੀਕ ਹੈ, ਇੱਕ ਡਿਪਾਰਟਮੈਂਟ ਸੀਗਾ ਮੁਖਤਸ਼ਰਾਜ, ਫਿਕਸ ਦਾ ਪ੍ਰਾਈਜ਼ ਆਫ ਕਮੋਡਿਟੀਜ਼। ਠੀਕ ਹੈ ਜੀ, ਇੰਨੀ ਵੀ ਗੱਲ ਯਾਦ ਰੱਖ ਲਿਓ। ਅਤੇ ਇਹਨੇ ਮਾਰਕੀਟ ਦੇ ਉੱਤੇ ਪ੍ਰੋਪਰ ਕੰਟਰੋਲ ਕੀਤਾ ਜੀ। ਹੋਰ ਇਹਦੇ ਬਾਰੇ ਇੱਕ ਗੱਲ ਹੋਰ ਇੰਪੋਰਟੈਂਟ ਹੈ ਜੀ, ਪਰਮਾਨੈਂਟ ਆਰਮੀ, ਪੇਪਰ 'ਚ ਪੁੱਛ ਸਕਦੇ ਆ, ਕਿਹਦੇ ਕੋਲ ਸੀਗੀ ਜੀ, ਅਲਾਉਦੀਨ ਖਿਲਜੀ ਕੋਲੇ। ਅਤੇ ਉਹਨਾਂ ਨੂੰ ਪੇ ਕਰਦਾ ਸੀ, ਪੇਡ ਇਨ ਕੈਸ਼, ਕੈਸ਼ ਦੇ ਵਿੱਚ ਪੇਮੈਂਟ ਕਰਦਾ ਸੀ। ਕਿਹੜਾ ਰਾਜਾ ਸੀ, ਅਲਾਉਦੀਨ ਖਿਲਜੀ, ਪੁੱਛ ਸਕਦੇ ਆ ਪੇਪਰ ਦੇ ਵਿੱਚ। ਜਲਾਲੂਦੀਨ ਖਿਲਜੀ ਇਹਦਾ ਕੀ ਸੀਗਾ ਜੀ, ਅਲਾਉਦੀਨ ਖਿਲਜੀ ਦਾ ਅੰਕਲ ਸੀਗਾ। ਠੀਕ ਹੈ, ਅਤੇ ਜਲਾਲੂਦੀਨ ਖਿਲਜੀ ਵੇਲੇ ਇੱਕ ਗੱਲ ਬਹੁਤ ਇੰਪੋਰਟੈਂਟ ਹੈ ਜੀ, ਇਨਵੇਜ਼ਨ ਆਫ ਦੇਵਗਿਰੀ। ਠੀਕ ਹੈ ਜੀ,
यादव रूलर ਸੀ ਉੱਥੋਂ ਦਾ ਜੀ ਦੇਵਗਿਰੀ ਦਾ, ਤੇ ਉੱਥੇ ਇਨਵੇਜਨ ਕੀਤੀ ਸੀ, ਸਫਲ ਹੋਇਆ ਸੀਗਾ ਜੀ ਕੌਣ, ਜਲਾਲੂਦੀਨ ਖਿਲਜੀ। ਬਟ ਇਹ ਇਨਵੇਜਨ ਕੀਤੀ ਕਿਹਦੇ ਦੁਆਰਾ ਗਈ, ਇਹਦੇ ਭਤੀਜੇ ਦੁਆਰਾ, ਕਿਹਦੇ ਦੁਆਰਾ, ਅਲਾਉਦੀਨ ਖਿਲਜੀ ਦੁਆਰਾ। ਠੀਕ ਹੈ, ਇੰਨੀ ਗੱਲ ਯਾਦ ਰੱਖ ਲਿਓ, ਥੋੜ੍ਹਾ ਜਿਹਾ ਡਿਫਰੈਂਸ ਆ। ਕੀ ਹੈ ਜੀ, ਦੇਖੋ ਇਨਵੇਜਨ ਆਫ ਦੇਵਗਿਰੀ ਹੋਈ ਜਿਹੜੀ, ਉਹ ਹੋਈ 1294 ਦੇ ਵਿੱਚ। ਠੀਕ ਹੈ, ਕੀਤੀ ਕਿਹਨੇ, ਅਲਾਉਦੀਨ ਖਿਲਜੀ ਨੇ। ਬਟ ਉਹ ਰਾਜਾ ਕੌਣ ਸੀ, ਜਲਾਲੂਦੀਨ ਖਿਲਜੀ ਸੀ। ਕਿਉਂਕਿ ਦੇਖੋ ਜਿਹੜਾ ਖਿਲਜੀ ਵੰਸ਼ ਹੈ ਜੀ, ਇਹ ਚੱਲਿਆ 1290 ਤੋਂ ਲੈ ਕੇ 1320 ਤੱਕ। ਠੀਕ ਹੈ, ਇਹ 'ਚ ਤਿੰਨ ਰਾਜੇ ਫੇਮਸ ਨੇ, ਕਿਹੜੇ ਕਿਹੜੇ, ਇੱਕ ਤਾਂ ਹੈਗਾ ਜੀ ਅਲਾਉਦੀਨ ਜਲਾਲੂਦੀਨ ਖਿਲਜੀ ਪਹਿਲਾ। ਇਹਦਾ ਜਿਹੜਾ ਟਾਈਮ ਪੀਰੀਅਡ ਸੀਗਾ ਜੀ, ਉਹ ਸੀਗਾ 1290 ਤੋਂ ਲੈ ਕੇ 1296 ਤੱਕ। ਠੀਕ ਹੈ, 1296 ਤੱਕ। ਅਤੇ ਉਸ ਤੋਂ ਬਾਅਦ ਅਲਾਉਦੀਨ ਖਿਲਜੀ ਆਇਆ ਜੀ, ਉਹਦਾ ਸੀਗਾ ਜੀ 1296 ਤੋਂ ਲੈ ਕੇ 1316 ਤੱਕ। ਠੀਕ ਹੈ, ਤਾਈਓ ਮੈਂ ਕਹਿਣਾ ਵੀ ਇੱਥੇ ਕੀ ਹੈ, ਤੁਹਾਨੂੰ ਈਅਰ ਦੇਖੋ ਨਾਲ ਦੀ ਨਾਲ ਪਤਾ ਲੱਗ ਗਿਆ, 1290 ਤੋਂ 96 ਤੱਕ ਰਾਜਾ ਕੌਣ ਹੈ, ਜਲਾਲੂਦੀਨ ਖਿਲਜੀ ਹੈ। ਬਟ ਇਨਵੇਜਨ ਆਫ ਦੇਵਗਿਰੀ 1294 ਦੇ ਵਿੱਚ ਹੋਈ ਸੀ, ਕੀਤੀ ਕਿਹਨੇ ਸੀ, ਅਲਾਉਦੀਨ ਖਿਲਜੂ ਨੇ। ਠੀਕ ਹੈ ਜੀ, ਹਮਾਯੂ ਦੀਆਂ ਦੋ ਲੜਾਈਆਂ ਤੁਸੀਂ ਯਾਦ ਰੱਖਣੀਆਂ ਨੇ ਜੀ, ਇੱਕ ਬੈਟਲ ਆਫ ਚੌਸਾ। ਠੀਕ ਹੈ, ਕਦੋਂ ਹੋਈ, 1539 ਦੇ ਵਿੱਚ। ਇੱਕ ਯਾਦ ਰੱਖਣੀ ਹੈ ਜੀ ਤੁਸੀਂ, ਬੈਟਲ ਆਫ ਕਨੌਜ। ਠੀਕ ਹੈ ਜੀ, ਇਹ ਹੋਈ ਜੀ 1540। ਦੋਨੇ ਲੜਾਈਆਂ ਹੋਈਆਂ ਜੀ ਸ਼ੇਰਸ਼ਾਹ ਸੂਰੀ ਦੇ ਨਾਲ, ਅਤੇ ਦੋਨੇ ਲੜਾਈਆਂ ਕੀ ਹੋਈਆਂ ਜੀ, ਹਾਰ ਗਿਆ ਸੀ ਸ਼ੇਰਸ਼ਾਹ ਸੂਰੀ ਤੋਂ। ਅਤੇ ਹਮਾਯੂ ਦੀ ਜਾਨ ਕਿਹਨੇ ਬਚਾਈ ਸੀਗੀ, ਨਿਜ਼ਾਮ ਨੇ। ਠੀਕ ਹੈ, ਨਿਜ਼ਾਮ ਨੇ ਬਚਾਈ ਸੀ, ਨਾ ਕਿ ਨਿਜ਼ਾਮ ਖਾਨ। ਨਿਜ਼ਾਮ ਖਾਨ ਕੌਣ ਸੀਗਾ ਜੀ, ਸਿਕੰਦਰ ਲੋਧੀ ਦਾ ਓਰੀਜਨਲ ਨੇਮ ਸੀਗਾ। ਬਾਬਰ ਨੇ ਕੀ ਸੀਗਾ ਜੀ, ਬਾਬਰ ਭਾਰਤ ਕਦੋਂ ਆਇਆ ਜੀ, 1526 ਦੇ ਵਿੱਚ। ਇਹਦੀਆਂ ਚਾਰ ਲੜਾਈਆਂ ਤੁਸੀਂ ਯਾਦ ਰੱਖਣੀਆਂ ਨੇ ਬਾਬਰ ਦੀਆਂ, 1526 ਦੇ ਵਿੱਚ ਹੋਈ, 1527 ਦੇ ਵਿੱਚ ਹੋਈ, 1528 ਦੇ ਵਿੱਚ ਹੋਈ ਜੀ, ਅਤੇ 1529 ਦੇ ਵਿੱਚ ਹੋਈ। ਠੀਕ ਹੈ ਜੀ, ਯਾਦ ਰੱਖਿਓ। 1526 ਪਾਣੀਪਤ, 1527 ਖਾਨਵਾ, 1528 ਚੰਦੇਰੀ, 1529 ਘਾਗਰਾ ਜਾਂ ਘੱਗਰ ਦੀ ਲੜਾਈ। ਠੀਕ ਹੈ ਜੀ, ਯਾਦ ਰੱਖਿਓ। ਚਾਰੇ ਕੀ ਸੀਗੀਆਂ ਜੀ, ਬਾਬਰ ਨੇ ਜਿੱਤੀਆਂ ਸੀਗੀਆਂ। ਬਾਬਰ ਸੀਗਾ ਜਿਹੜਾ, ਹੋਰ ਦੱਸਦਾ ਨਾ ਤੁਹਾਨੂੰ ਬਾਬਰ ਦੇ ਬਾਰੇ, ਜਿਹੜਾ ਇਹ ਮਦਰ ਸਾਈਡ ਤੋਂ ਬਿਲੋਂਗ ਕਰਦਾ ਸੀਗਾ ਚੰਗੇਜ਼ ਖਾਨ ਨੂੰ। ਜਿਹੜੀ ਇਹਦੀ ਮਦਰ ਸੀਗੀ ਉਹ ਚੰਗੇਜ਼ ਖਾਨ ਦੇ ਵੰਸ਼ਜ ਦੇ ਵਿੱਚੋਂ ਸੀਗੀ, ਇਹ ਪੁੱਛਦੇ ਨੇ ਪੇਪਰ 'ਚ। ਠੀਕ ਹੈ ਜੀ, ਫਾਦਰ ਸਾਈਡ ਤੋਂ ਕਿਹਦੇ ਵੱਲ ਸੀਗਾ ਜੀ, ਇਹ ਫਾਦਰ ਸਾਈਡ ਤੋਂ ਕਿੱਥੋਂ ਬਿਲੋਂਗ ਕਰਦਾ ਸੀ, ਤੈਮੂਰ। ਠੀਕ ਹੈ, ਫਰਗਨਾ ਡਾਇਨੈਸਟੀ, ਫਰਗਨਾ ਦਾ ਏਰੀਆ ਸੀਗਾ ਜਿਹੜਾ, ਉਹ ਉੱਥੋਂ ਇਹ ਕੀ ਸੀਗਾ ਆਇਆ ਸੀ। ਕਿਹਨੇ ਇਨਵਾਈਟ ਕੀਤਾ ਸੀ, ਇਬਰਾਹਿਮ ਲੋਧੀ ਨੇ, ਰਾਣਾ ਸੰਗਾ ਆਫ ਮੈਵਾੜ ਨੇ, ਅਤੇ ਆਲਮ ਖਾਂ ਲੋਧੀ ਨੇ। ਠੀਕ ਹੈ ਜੀ, ਇੰਨੀ ਗੱਲ ਯਾਦ ਰੱਖਿਓ। ਤਾਂ ਕੁਐਸਚਨ ਤਾਂ ਮੇਰੇ ਹਿਸਾਬ ਨਾਲ ਡੀਪ ਹੀ ਹੁੰਦੇ ਜਾਂਦੇ ਨੇ। ਠੀਕ ਹੈ, ਰੁਕਦੇ ਹੀ ਨਹੀਂ ਤਾਂ। ਨੈਕਸਟ ਵੱਲ ਚੱਲਦੇ ਹਾਂ, ਹਾਈਐਸਟ ਪੀਕ ਆਫ ਆਸਟ੍ਰੇਲੀਆ ਕੰਟੀਨੈਂਟ। ਤਾਂ ਇਹ ਹੈਗੀ ਹੈ ਜੀ ਕੋਸਿਆਸ਼ਕੋ। ਠੀਕ ਹੈ, ਆਸਟ੍ਰੇਲੀਆ ਦੀ ਜਿਹੜੀ ਹਾਈਐਸਟ ਪੀਕ ਹੈ ਕੰਟੀਨੈਂਟ ਦੀ, ਉਹ ਕੀ ਹੈ ਜੀ, ਕੋਸਿਆਸ਼ਕੋ ਹੈ। ਠੀਕ ਹੈ, 7 ਮਹਾਦੀਪ ਨੇ ਸਾਡੇ, ਕਿਹੜਾ ਕਿਹੜੇ ਜੀ, ਏਸ਼ੀਆ, ਅਫਰੀਕਾ, ਨਾਰਥ ਅਮੈਰੀਕਾ, ਸਾਊਥ ਅਮੈਰੀਕਾ। ਠੀਕ ਹੈ ਜੀ, ਯੂਰਪ, ਅੰਟਾਰਕਟਿਕਾ, ਆਸਟ੍ਰੇਲੀਆ। ਠੀਕ ਹੈ, ਆਸਟ੍ਰੇਲੀਆ ਜਿਹੜਾ ਸਾਰਿਆਂ ਨਾਲੋਂ ਛੋਟਾ ਹੈ। ਏਸ਼ੀਆ ਮਹਾਦੀਪ ਹੈ ਜਿਹੜਾ, ਉਹ ਕਿੰਨੇ % ਹੈ ਜੀ, 30% ਹੈ। ਅਫਰੀਕਾ ਜਿਹੜਾ ਉਹ ਹੈਗਾ ਜੀ 20%। ਨਾਰਥ ਅਮਰੀਕਾ ਹੈਗਾ ਜੀ 16%। ਠੀਕ ਹੈ, ਸਾਊਥ ਅਮਰੀਕਾ ਹੈਗਾ ਜੀ 12%। ਅਤੇ ਜਿਹੜਾ ਯੂਰਪ ਹੈ ਉਹ ਹੈਗਾ ਜੀ 10%। ਅੰਟਾਰਕਟਾ ਹੈਗਾ ਜੀ 7%, ਅਤੇ ਆਸਟ੍ਰੇਲੀਆ ਹੈਗਾ ਜੀ 5%। 30, 20, 16, 12, 10, 7, 5। ਠੀਕ ਹੈ, ਯਾਦ ਰੱਖ ਲਿਓ। ਥੋੜ੍ਹੀ ਜਿਹੀ ਮੈਂ ਮਤਲਬ ਜੇ ਕਾਹਲੀ ਕਰਦਾ ਹੋਵਾਂ ਤਾਂ ਮਾਫ਼ ਕਰਿਓ। ਠੀਕ ਹੈ, ਕਿਉਂਕਿ ਸਮਾਂ ਬਹੁਤ ਘੱਟ ਹੁੰਦਾ ਤਾਂ ਇਨਫੋਰਮੇਸ਼ਨ ਜ਼ਿਆਦਾ ਹੁੰਦੀ ਹੈ। ਠੀਕ ਹੈ, ਏਸ਼ੀਆ ਮਹਾਦੀਪ ਦੀ ਸਾਰਿਆਂ ਨਾਲੋਂ ਉੱਚੀ ਚੋਟੀ ਕਿਹੜੀ ਹੈ ਜੀ, ਮਾਊਂਟ ਐਵਰੈਸਟ ਹੈ, ਜਿਹਦੀ ਉਚਾਈ ਕਿੰਨੀ ਹੈ, 8848 ਹੈ। ਅਤੇ ਸਾਰਿਆਂ ਨਾਲੋਂ ਡੀਪੈਸਟ ਪੁਆਇੰਟ ਕਿਹੜਾ ਜੀ, ਉਹ ਹੈਗਾ ਜੀ ਤੁਹਾਡਾ ਡੈਡ ਸੀ, ਏਸ਼ੀਆ ਦਾ। ਠੀਕ ਹੈ, ਸਾਰਿਆਂ ਨਾਲੋਂ ਵੱਡਾ ਮਹਾਦੀਪ ਕਿਹੜਾ ਜੀ, ਏਸ਼ੀਆ। ਏਸ਼ੀਆ ਦੇ ਵਿੱਚ ਪੇਪਰ 'ਚ ਪੁੱਛ ਲੈਣ ਕਿੰਨੀਆਂ ਕੰਟਰੀਜ਼ ਨੇ ਜੀ, ਤਾਂ 48 ਕੰਟਰੀਜ਼ ਨੇ। ਠੀਕ ਹੈ, ਬਟ ਜੇ ਪੁੱਛ ਲੈਣ, ਹੁਣ ਦੇਖੋ ਕੁਐਸਚਨ ਕੀ ਬਣਾ ਸਕਦਾ ਕਿ ਸਾਰਿਆਂ ਨਾਲੋਂ ਵੱਡਾ ਜਿਹੜਾ ਮਹਾਦੀਪ ਕਿਹੜਾ, ਏਸ਼ੀਆ। ਤਾਂ ਪੁੱਛ ਲੂਗਾ, ਪਤਾ ਕਿਵੇਂ ਕਹੂ ਕੁਐਸਚਨ, ਉਹ ਕਹੂਗਾ ਵੀ ਸਾਰਿਆਂ ਨਾਲੋਂ ਵੱਧ ਦੇਸ਼ ਕਿਹੜੇ ਕੰਟੀਨੈਂਟ ਦੇ ਵਿੱਚ ਨੇ, ਕਿਹੜੇ ਮਹਾਦੀਪ ਦੇ ਵਿੱਚ ਨੇ, ਤਾਂ ਜਵਾਕ ਲਾਏ ਹੋਣਗੇ ਏਸ਼ੀਆ। ਬਟ ਗਲਤ ਹੋ ਜਾਓਗੇ, ਸਾਰਿਆਂ ਨਾਲੋਂ ਵੱਧ ਜਿਹੜੇ ਕੰਟਰੀਜ਼ ਨੇ ਉਹ ਹੈਗੇ ਅਫਰੀਕਾ 'ਚ, ਪਰ ਸਾਰਿਆਂ ਨਾਲੋਂ ਵੱਡਾ ਕਿਹੜਾ ਏਰੀਆ ਵਾਈਜ਼, ਏਸ਼ੀਆ। ਠੀਕ ਹੈ ਜੀ, ਇੰਨੀ ਗੱਲ ਯਾਦ ਰੱਖਿਓ। ਐਲਬਰਸ ਯੂਰਪ ਦੀ ਕੀ ਹੈ ਜੀ, ਹਾਈਐਸਟ ਪੀਕ ਹੈ। ਐਕਨਾਕੁਆਗਾ ਹੈਗੀ ਜੀ ਨਾਰਥ ਅਮੈਰੀਕਾ ਕੰਟੀਨੈਂਟ ਦੀ ਹਾਈਐਸਟ ਪੀਕ ਹੈ। ਕਿਲਿਮੰਜਾਰੋ ਅਫਰੀਕਾ ਦੀ ਕੀ ਹੈ ਜੀ, ਹਾਈਐਸਟ ਪੀਕ ਹੈ। ਠੀਕ ਹੈ ਜੀ, ਥੋੜ੍ਹਾ ਜਿਹਾ ਮੈਂ ਕਾਹਲੀ ਦੇ ਨਾਲ ਕਰ ਰਿਹਾ ਹਾਂ, ਤਾਂ ਪਲੀਜ਼ ਤੁਸੀਂ ਧਿਆਨ ਨਾਲ ਰਿਪੀਟ ਕਰਕੇ ਸੁਣ ਲਿਆ ਕਰੋ। ਅਤੇ ਚੱਲਦੇ ਹਾਂ ਅੱਗੇ ਵੱਲ। ਲੋਕ ਨਾਇਕਵਾਦ ਦਾ ਨਿਕਨੇਮ ਆਫ, ਲੋਕ ਨਾਇਕ ਸੀਗਾ ਜਿਹੜਾ, ਇਹ ਨਿਕਨੇਮ ਕਿਹਦਾ ਸੀ, ਤਾਂ ਕਿਹਦਾ ਸੀਗਾ ਜੀ, ਜੈ ਪ੍ਰਕਾਸ਼ ਨਾਰਾਇਣ ਦਾ। ਡੀ ਆਪਸ਼ਨ ਇਹਦਾ ਸਹੀ ਆਨਸਰ ਹੈ। ਠੀਕ ਹੈ, ਲੋਕ ਨਾਇਕ ਨੂੰ ਲੋਕ ਮਾਨਿਆਂ ਦੇ ਨਾਲ ਨਾ ਮੈਚ ਕਰ ਲਿਓ। ਠੀਕ ਹੈ, ਮਤਲਬ ਮਿਕਸ ਕਰ ਲਿਓ।
ਲੋਕ ਨਾਇਕ ਜੀ ਕਿਹਨੂੰ ਕਿਹਾ ਜਾਂਦਾ ਜੀ? ਜੈ ਪ੍ਰਕਾਸ਼ ਨਾਰਾਇਣ ਨੂੰ ਕਿਹਾ ਜਾਂਦਾ ਹੈ। ਲੋਕ ਮਾਨਿਆ ਕਿਹਨੂੰ ਕਿਹਾ ਜਾਂਦਾ ਜੀ? ਬੀਜੀ ਤਿਲਕ। ਕਈ ਵਾਰ ਆਪਾਂ ਕੀ ਕਰਦੇ ਹਾਂ, ਤੇਜੀ ਦੇ ਨਾਲ ਲਾਏ ਹੁੰਦੇ ਹਾਂ। ਲੋਕ ਨਾਇਕ ਦਿਖਿਆ, ਲੇਖੇ ਨਾਲ ਲਾਤਾ ਬਾਲ ਗੰਗਾਧਰ ਤਿਲਕ, ਬਟ ਨਹੀਂ, ਲੋਕ ਮਾਨਿਆ ਬਾਲ ਗੰਗਾਧਰ ਤਿਲਕ ਨੂੰ ਕਹਿੰਦੇ ਨੇ। ਠੀਕ ਹੈ ਜੀ। ਇਹਨਾਂ ਨੇ ਕੀ ਸੀਗਾ ਜੀ, ਹੋਮ ਰੂਲ ਲੀਗ ਮੂਵਮੈਂਟ ਚਲਾਈ ਸੀ। ਠੀਕ ਹੈ। ਉੱਥੇ ਕੀ ਕਿਹਾ ਸੀ ਇਹਨਾਂ ਨੇ ਜੀ? ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਠੀਕ ਹੈ ਜੀ। ਸਵਰਾਜ ਜਿਹੜੀ ਟਰਮ ਸੀ, ਇਹ ਵੀ ਪੁੱਛ ਲੈਂਦੇ ਪੇਪਰ 'ਚ, ਕਿਹਨੇ ਦਿੱਤੀ ਜੀ? ਇਹ ਦਿੱਤੀ ਜੀ ਦਇਆਨੰਦ ਸਰਸਵਤੀ ਜੀ ਨੇ ਦਿੱਤੀ ਸੀਗੀ। ਦਇਆਨੰਦ ਸਰਸਵਤੀ ਜੀ ਨੇ ਦਿੱਤੀ ਸੀ ਸਵਰਾਜ ਟਰਮ। ਇਹ ਵੀ ਗੱਲ ਯਾਦ ਰੱਖ ਲਿਓ। 1906 ਦੇ ਵਿੱਚ ਇੱਕ ਨਾ ਸੈਸ਼ਨ ਹੋਇਆ ਸੀ INC ਦਾ, ਜਿਹਦੇ ਪ੍ਰੈਜ਼ੀਡੈਂਟ ਕੌਣ ਸੀਗੇ ਜੀ? ਦਾਦਾ ਭਾਈ ਨਹਿਰੂ ਜੀ। ਠੀਕ ਹੈ। ਉਹਨਾਂ ਨੇ ਆਪਦਾ ਗੋਲ ਰੱਖਿਆ ਸੀ, ਟੀਚਾ ਰੱਖਿਆ ਸੀ ਸਵਰਾਜ। ਠੀਕ ਹੈ। ਕਿਹੜੇ ਸੈਸ਼ਨ 'ਚ? 1906 ਵਾਲੇ ਸੈਸ਼ਨ 'ਚ। ਕਿਹਦੇ ਦੁਆਰਾ? ਦਾਦਾ ਭਾਈ ਨਹਿਰੂ ਜੀ ਦੁਆਰਾ। ਬਟ ਜਿਹੜੀ ਸਵਰਾਜ ਟਰਮ ਦਿੱਤੀ ਸੀ, ਉਹ ਕਿਹਨੇ ਦਿੱਤੀ ਸੀ ਜੀ? ਦਇਆਨੰਦ ਸਰਸਵਤੀ ਨੇ ਦਿੱਤੀ ਸੀ। ਸੁਭਾਸ਼ ਚੰਦਰ ਬੋਸ ਨੂੰ ਹੋਰ ਕੀ ਕਿਹਾ ਜਾਂਦਾ ਜੀ? ਦੇਸ਼ ਨਾਇਕ ਕਿਹਾ ਜਾਂਦਾ ਹੈ। ਇਹ ਵੀ ਗੱਲ ਯਾਦ ਰੱਖ ਲਿਓ। ਮਹਾਮਾਨਿਆ ਕਿਹਨੂੰ ਕਿਹਾ ਜਾਂਦਾ ਜੀ? ਮਹਾਮਾਨਿਆ ਕਿਹਨੂੰ ਕਿਹਾ ਜਾਂਦਾ ਜੀ? ਮਦਨ ਮੋਹਨ ਮਾਲਵਿਆ ਨੂੰ। ਬਾਲ ਗੰਗਾਧਰ ਤਿਲਕ ਦੇ ਤੁਸੀਂ ਨਾ 2 ਅਖਬਾਰ ਯਾਦ ਰੱਖ ਲਿਓ। ਇੱਕ ਤਾਂ ਸੀਗਾ ਜੀ ਕੇਸਰੀ, ਠੀਕ ਹੈ, ਇੱਕ ਸੀਗਾ ਜੀ ਮਰਾਠਾ। ਹੁਣ ਇਹ ਤਾਂ ਤਕਰੀਬਨ ਬੱਚਿਆਂ ਨੂੰ ਪਤਾ ਹੀ ਹੁੰਦੇ ਨੇ, ਕੇਸਰੀ ਤੇ ਮਰਾਠਾ ਕਿਹਦੇ ਅਖਬਾਰ ਨੇ? ਬਾਲ ਗੰਗਾਧਰ ਤਿਲਕ ਦੇ। ਬਟ ਇਹ ਨਹੀਂ ਪਤਾ ਹੁੰਦਾ ਵੀ ਲੈਂਗੁਏਜ ਕਿਹੜੀ ਹੈ। ਕੇਸਰੀ ਹੈ ਜਿਹੜਾ, ਉਹ ਕਿਹੜੀ ਲੈਂਗੁਏਜ ਦੇ ਵਿੱਚ ਹੈ? ਮਰਾਠਾ ਦੇ ਵਿੱਚ। ਕਨਫਿਊਜ਼ ਨਾ ਹੋ ਜਾਓ। ਕੇਸਰੀ ਕਿਹੜੀ ਲੈਂਗੁਏਜ 'ਚ ਹੈ? ਮਰਾਠਾ 'ਚ ਹੈ। ਮਰਾਠਾ ਕਿਹੜੀ ਲੈਂਗੁਏਜ ਹੈ? ਇੰਗਲਿਸ਼ 'ਚ। ਠੀਕ ਹੈ ਜੀ। ਇਹ ਗੱਲ ਯਾਦ ਰੱਖ ਲਿਓ। ਅਤੇ ਗਣਪਤੀ ਫੈਸਟੀਵਲ ਕਿਹਨੇ ਬਣਾਉਣਾ ਸਟਾਰਟ ਕੀਤਾ ਜੀ? ਗਣਪਤੀ ਫੈਸਟੀਵਲ ਬਾਲ ਗੰਗਾਧਰ ਤਿਲਕ ਨੇ। ਇੰਨੀ ਗੱਲ ਵੀ ਯਾਦ ਰੱਖਿਓ। ਹੋਰ ਮਾਂਡਲੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਕੀ ਸੀਗਾ ਜੀ? ਭੇਜ ਦਿੱਤਾ ਗਿਆ ਸੀਗਾ। ਇਹ ਵੀ ਗੱਲ ਯਾਦ ਰੱਖ ਲਿਓ। ਠੀਕ ਹੈ ਜੀ। ਵਿਚ ਕਿੰਗ ਇਜ਼ ਆਲਸੋ ਨੋਨ ਐਜ਼ ਸੈਕਿੰਡ ਅਸ਼ੋਕਾ। ਸੈਕਿੰਡ ਅਸ਼ੋਕ ਕਿਹੜੇ ਕਿੰਗ ਨੂੰ ਆਖਿਆ ਜਾਂਦਾ ਸੀ? ਤਾਂ ਯਾਦ ਰੱਖਿਓ, ਕਿਹਨੂੰ ਕਿਹਾ ਜਾਂਦਾ ਸੀ? ਕਨਿਸ਼ਕ ਨੂੰ। ਠੀਕ ਹੈ ਜੀ। ਸਾਕਾ ਐਰਾ, ਠੀਕ ਹੈ, ਕੈਲੰਡਰ ਹੈ ਮਤਲਬ ਇਹ ਕਦੋਂ ਆਇਆ ਜੀ? ਜੇ ਕਿਹਨੇ ਕੀਤਾ? 78 AD ਦੇ ਵਿੱਚ ਕਨਿਸ਼ਕ ਦੇ ਦੁਆਰਾ ਚਲਾਇਆ ਗਿਆ ਸੀ। ਇਹਦੇ ਵਿੱਚ ਕੀ ਸੀਗੇ ਜੀ? ਦੇਸੀ ਮਹੀਨੇ ਜਿਹੜੇ ਦੱਸੇ ਗਏ ਸੀਗੇ। ਠੀਕ ਹੈ। ਜਿਵੇਂ ਆਪਾਂ ਦੇਸੀ ਮਹੀਨੇ ਹੁਣ ਕਹਿ ਦਿੰਦੇ ਹਾਂ ਚੇਤ, ਫੱਗਣ, ਜੇਠ, ਹਾੜ, ਸਾਉਣ, ਭਾਦੋ, ਤਾਂ ਇਹਦੇ ਅਨੁਸਾਰ ਜਿਹੜਾ ਫਸਟ ਮੰਥ ਸੀਗਾ ਈਅਰ ਦਾ, ਫਸਟ ਮੰਥ ਆਫ ਈਅਰ ਕਿਹੜਾ ਸੀਗਾ ਜੀ? ਉਹ ਸੀਗਾ ਚੇਤ, ਚੇਤਰਾ ਕਹਿੰਦੇ ਜੀ। ਠੀਕ ਹੈ। ਅਤੇ ਲਾਸਟ ਮੰਥ ਕਿਹੜਾ ਸੀਗਾ? ਉਹ ਸੀਗਾ ਫੱਗਣ ਮਤਲਬ। ਠੀਕ ਹੈ ਜੀ। ਯਾਦ ਰੱਖਿਓ, ਇੰਪੋਰਟੈਂਟ ਗੱਲਾਂ ਨੇ। ਥੋੜ੍ਹੀ ਜਿਹੀ ਮੇਰੀ ਰਾਈਟਿੰਗ ਕੀ ਆ, ਤੇਜ਼ੀ ਨਾਲ ਕੀ ਆ, ਵਧੀਆ ਨਹੀਂ ਹੁੰਦੀ। ਬਸ ਤੁਸੀਂ ਆਪਦਾ ਸੁਣ ਕੇ ਮਤਲਬ ਤਿਆਰ ਕਰੋ ਇਹਨੂੰ। ਠੀਕ ਹੈ ਜੀ। ਅਤੇ ਹੋਰ ਆਪਾਂ ਇਹਦੇ ਬਾਰੇ ਕੀ ਯਾਦ ਰੱਖ ਸਕਦੇ ਹਾਂ? ਦੇਖੋ ਜੀ, ਜਿਹੜਾ ਆਪਣਾ ਕੈਲੰਡਰ ਆ ਉਹ ਕਿਹੜਾ ਜੀ? ਹੁਣ ਜਾਰਜੀਅਨ ਕੈਲੰਡਰ ਹੈ। ਜਿਹੜਾ ਅਫੀਸ਼ੀਅਲ ਕੈਲੰਡਰ ਹੈ ਉਹ ਕਿਹੜਾ ਜੀ? ਜਾਰਜੀਅਨ ਕੈਲੰਡਰ ਹੈ। ਆਪਾਂ ਕਦੋਂ ਅਡੋਪਟ ਕੀਤਾ ਜੀ ਇਹ? 22 ਮਾਰਚ 1957। ਪੁੱਛਦੇ ਨੇ ਪੇਪਰ 'ਚ, ਸੁਪਰ ਇੰਪੋਰਟੈਂਟ ਹੈ ਜੀ। ਠੀਕ ਹੈ। 22 ਮਾਰਚ 1957। ਠੀਕ ਹੈ ਜੀ। ਬਿੰਬੀਸਾਰਾ ਕੌਣ ਸੀਗਾ ਜੀ? ਹਰਿਅੰਕਾ ਡਾਇਨੈਸਟੀ ਦਾ ਪਹਿਲਾ ਰੂਲਰ। ਪੇਪਰ 'ਚ ਪੁੱਛ ਲੈਂਦੇ ਕੌਣ ਸੀਗਾ? ਬਿੰਬੀਸਾਰਾ ਸੀ। ਠੀਕ ਹੈ। ਬਿੰਦੂਸਾਰਾ ਕੌਣ ਸੀਗਾ ਜੀ? ਮੌਰਿਆ ਵੰਸ਼ ਦਾ ਇੱਕ ਰਾਜਾ ਸੀਗਾ। ਠੀਕ ਹੈ ਜੀ। ਇੱਕ ਸੀਰੀਆ ਦਾ ਰਾਜਾ ਸੀ ਜੀ, ਐਂਟੀਚੋਸ I। ਠੀਕ ਹੈ। ਮੈਂ ਤੁਹਾਨੂੰ ਇਹ ਬਿੰਦੂਸਾਰਾ ਦੇ ਨਾਲ ਰਿਲੇਟਡ ਕੁਐਸਚਨ ਦੱਸਦਾ। ਦੇਖੋ, ਬਿੰਦੂਸਾਰਾ ਕੌਣ ਸੀ? ਮੌਰਿਆ ਵੰਸ਼ ਦਾ ਰਾਜਾ ਸੀ। ਐਂਟੀਚੋਸ I ਸੀਗਾ ਜੀ, ਇੱਕ ਸੀਰੀਆ ਦਾ ਰਾਜਾ ਸੀਗਾ। ਠੀਕ ਹੈ। ਉਹਨੇ ਕੀ ਸੀ ਜੀ? ਸਵੀਟ ਵਾਈਨ, ਰੈੱਡ ਵਾਈਨ ਕਹਿੰਦੇ ਜਿਹਨੂੰ, ਉਹ ਭੇਜੀ ਸੀਗੀ ਕਿਹਨੂੰ? ਬਿੰਦੂਸਾਰ ਨੂੰ। ਠੀਕ ਹੈ। ਪੇਪਰ 'ਚ ਪੁੱਛਦੇ ਨੇ। ਠੀਕ ਹੈ ਜੀ। ਚੰਦਰਗੁਪਤ ਮੌਰਿਆ ਨੂੰ ਜਿਹੜਾ ਲੈ ਕੇ ਆਉਣ ਵਾਲਾ ਕੌਣ ਸੀਗਾ ਜੀ? ਉਹ ਸੀਗਾ ਜੀ ਕੌਟਲਿਆ। ਇਹਨਾਂ ਨੇ ਬੁੱਕ ਕਿਹੜੀ ਲਿਖੀ? ਅਰਥ ਸ਼ਾਸਤਰ। ਕੌਟਲਿਆ ਨੇ ਬੁੱਕ ਕਿਹੜੀ ਲਿਖੀ? ਅਰਥ ਸ਼ਾਸਤਰ। ਗਰੀਕ ਦੇ ਵਿੱਚ ਚੰਦਰਗੁਪਤ ਮੌਰਿਆ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਐਂਦਰੋਕੌਟਸ। ਠੀਕ ਹੈ। ਗਰੀਕ ਦੇ ਵਿੱਚ ਐਂਦਰੋਕੌਟਸ ਔਰ ਸੈਂਦਰੋਕੌਟਸ। ਠੀਕ ਹੈ ਜੀ। ਐਂਡਰੋਕੌਟਸ ਅਤੇ ਸੈਂਦਰੋਕੌਟਸ ਗਰੀਕ ਦੇ ਵਿੱਚ ਨੇਮ ਸੀਗਾ ਕਿਹਦਾ? ਚੰਦਰਗੁਪਤ ਮੌਰਿਆ ਦਾ। ਠੀਕ ਹੈ ਜੀ। ਇਹਨੇ ਨੰਦਾ ਵੰਸ਼ ਨੂੰ ਖਤਮ ਕਰਕੇ ਕੀ ਕੀਤਾ ਸੀਗਾ ਜੀ? ਜਿਹੜਾ ਮੌਰਿਆ ਵੰਸ਼ ਚਲਾਇਆ ਸੀ। ਠੀਕ ਹੈ ਜੀ। ਮੌਰਿਆ ਜਿਹੜਾ ਵੰਸ਼ ਸੀਗਾ, ਇਹਨੂੰ ਮੌਰਿਆ ਕਿਉਂ ਕਿਹਾ ਜਾਂਦਾ ਜੀ? ਕਿਉਂਕਿ ਇਹ ਮਤਲਬ ਦੱਸਿਆ ਜਾਂਦਾ ਵੀ, ਜਿੱਥੋਂ ਤੱਕ ਮੈਂ ਪੜ੍ਹਿਆ, ਉਹ ਕੀ ਸੀਗੇ? ਮੋਰ ਪਾਲਦੇ ਸੀਗੇ। ਠੀਕ ਹੈ ਜੀ। ਤਾਂ ਉਸ ਹਿਸਾਬ ਦੇ ਨਾਲ ਰਿਲੇਟਡ ਹੈ। ਬਟ ਉਹ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈਗਾ। ਬਸ ਤੁਹਾਡੇ ਲਈ ਇੰਨੀ ਇਨਫੋਰਮੇਸ਼ਨ ਹੀ ਬਹੁਤ ਇੰਪੋਰਟੈਂਟ ਹੈ, ਇਹੀ ਯਾਦ ਕਰ ਲਿਓ। ਹੂ ਰਿਕੁਐਸਟਡ ਟੂ ਗਾਂਧੀ ਜੀ ਕੇਮ ਟੂ ਚੰਪਾਰਨ। ਕਿਹਨਾਂ ਨੇ ਕਿਹਾ ਸੀ ਗਾਂਧੀ ਜੀ ਨੂੰ ਕਿ ਤੁਸੀਂ ਚੰਪਾਰਨ ਦੇ ਵਿੱਚ ਆ ਕੇ ਕੀ ਕਰੋ? ਆਪਣੀ ਮੂਵਮੈਂਟ ਚਲਾਓ। ਤਾਂ ਕਿਹਨੇ ਇਨਵਾਈਟ ਕੀਤਾ ਸੀ? ਠੀਕ ਹੈ। ਤਾਂ ਰਾਜ ਕੁਮਾਰ ਸ਼ੁਕਲਾ
ठीक है, सुपर इंपॉर्टेंट है, राजकुमार शुक्ला। मोहन लाल पांड्या, ठीक है, मोहन लाल पांड्या खेड़ा सत्याग्रह ਦੇ ਵਿੱਚ, खेड़ा सत्याग्रह किहदे द्वारा चलाया गया? गांधी जी द्वारा। गांधी जी ਨੂੰ खेड़ा सत्याग्रह करने ਲਈ किहने इनवाइट किया? मोहन लाल पांड्या, ठीक है। उदों की आंसर होगा मोहन लाल पांड्या, खेड़ा सत्याग्रह। चंपारण ਦੇ ਵਿੱਚ किहने इनवाइट किया जी? राजकुमार शुक्ला, ठीक है जी। इन्नी गल याद रखियो। सुंदर लाल भगौना, ठीक है, ये बहुत इंपॉर्टेंट है, बहुत सारे बच्चे पता भी होगा। एक चिपको मूवमेंट चली सी, चिपको मूवमेंट चली सी उत्तराखंड ਦੇ ਵਿੱਚ ਸੀਗੇ ਜੀ। ਕੀ ਸੀਗਾ ਉੱਥੇ? ਇੱਕ ਡੈਮ ਬਣਾਉਣਾ ਸੀ, ਤਾਂ ਉੱਥੇ ਜਿਹੜੇ ਦਰਖਤ ਸੀਗੇ ਉਹਨਾਂ ਨੂੰ ਕੱਟਣਾ ਸੀਗਾ, ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਸੀਗਾ ਜੀ, ਉੱਥੋਂ ਦੇ ਲੋਕਾਂ ਨੇ ਮਤਲਬ ਦਰਖਤ ਕੱਟਣ ਨੂੰ ਮਨਾਹੀ ਕੀਤੀ, ਅਤੇ ਜਿਸ ਦੇ ਵਿਰੋਧ ਦੇ ਵਿੱਚ ਕੀ ਸੀਗਾ ਜੀ, ਉਹਨਾਂ ਨੇ ਦਰਖਤਾਂ ਨੂੰ ਕੀ ਸੀਗੇ ਜੀ, ਦਰਖਤਾਂ ਦੇ ਨਾਲ ਚਿਪਕ ਕੇ ਖੜ੍ਹ ਗਏ ਸੀ, ਤਾਂ ਹੀ ਇਹਨੂੰ ਕੀ ਕਿਹਾ ਜਾਂਦਾ ਜੀ? ਚਿਪਕੋ ਮੂਵਮੈਂਟ ਕਿਹਾ ਜਾਂਦਾ। ਤਾਂ ਇਹਦੇ ਵਿੱਚ ਮੇਨ ਲੀਡਰ ਪੁੱਛ ਲੈਂਦੇ ਨੇ ਕੌਣ ਸੀ? ਤਾਂ ਸੁੰਦਰ ਲਾਲ ਸੀਗਾ, ਠੀਕ ਹੈ ਜੀ। ਅਤੇ ਸੁੰਦਰ ਲਾਲ ਸੀਗਾ, ਕਈ ਵਾਰ ਨਾਲ ਪੂਰਾ ਨੇਮ ਵੀ ਦੇ ਦਿੰਦੇ ਆ, ਤਾਂ ਉਹਦੇ ਨਾਲ ਕੋਈ ਵੱਡੀ ਗੱਲ ਨਹੀਂ ਹੈਗੀ, ਤਾਂ ਯਾਦ ਰੱਖਿਓ ਸੁੰਦਰ ਲਾਲ, ਚਿਪਕੋ ਮੂਵਮੈਂਟ ਦੇ ਨਾਲ। ਦਾ ਪ੍ਰੋਵੀਜ਼ਨ ਆਫ ਹਾਈ ਕੋਰਟ ਅੰਡਰ ਵਿਚ ਅਮੈਂਡਮੈਂਟ ਐਕਟ, ਜਿਹੜਾ ਪ੍ਰੋਵੀਜ਼ਨ ਆਫ ਹਾਈ ਕੋਰਟ ਸੀਗਾ ਜੀ, ਪ੍ਰੋਵੀਜ਼ਨ ਆਫ ਕਾਮਨ ਹਾਈ ਕੋਰਟ ਆਉਣਾ ਜੀ, ਠੀਕ ਹੈ, ਕਾਮਨ ਹਾਈ ਕੋਰਟ ਸੀਗਾ ਜੀ, ਉਹ ਕਿਹੜੇ ਅਮੈਂਡਮੈਂਟ ਐਕਟ ਦੇ ਨਾਲ ਰਿਲੇਟਡ ਹੈ ਜੀ? 7th ਅਮੈਂਡਮੈਂਟ ਐਕਟ ਦੇ ਨਾਲ ਰਿਲੇਟਡ ਹੈ, 1956 ਦੇ ਵਿੱਚ ਆਇਆ, ਠੀਕ ਹੈ ਜੀ। ਇੰਨੀ ਗੱਲ ਯਾਦ ਰੱਖਿਓ। ਇਹਦਾ ਆਰਟੀਕਲ ਕੀ ਹੈ ਜੀ? ਆਰਟੀਕਲ 231 ਹੈ, ਠੀਕ ਹੈ। ਵੀ ਮਤਲਬ ਕੀ ਹੈ, ਹਾਈ ਕੋਰਟ ਹੈ ਜਿਹੜਾ ਉਹ ਕਾਮਨ ਹੋ ਸਕਦੇ ਨੇ, ਦੋ ਸਟੇਟਾਂ ਦੇ ਹਾਈ ਕੋਰਟ ਕੀ ਨੇ? ਕਾਮਨ ਹੋ ਸਕਦੇ ਨੇ, ਜਿਵੇਂ ਪੰਜਾਬ ਅਤੇ ਚੰਡੀਗੜ੍ਹ ਦਾ, ਠੀਕ ਹੈ ਜੀ। ਤਾਂ ਯਾਦ ਰੱਖਿਓ। ਇਸੇ ਤਰ੍ਹਾਂ ਵੱਖ ਵੱਖ ਸਟੇਟਾਂ ਦੇ ਕੀ ਨੇ ਜੀ? ਕਾਮਨ ਨੇ। ਅਤੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਪਹਿਲਾਂ ਅਮੈਂਡਮੈਂਟਾਂ ਦੇ ਬਾਰੇ ਦੱਸ ਦਿੰਦਾ। 69ਵੀਂ ਅਮੈਂਡਮੈਂਟ ਕਾਹਦੇ ਨਾਲ ਰਿਲੇਟਡ ਹੈ ਜੀ? ਜਿਹੜੀ ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਹੈ ਆਪਣੀ, ਇਹਨੂੰ ਯੂਟੀ ਕੈਪੀਟਲ ਟੈਰੀਟਰੀ ਦਾ ਕੀ ਸੀਗਾ? ਦਰਜਾ ਦਿੱਤਾ ਗਿਆ ਸੀ 69ਵੀਂ ਅਮੈਂਡਮੈਂਟ ਦੇ ਨਾਲ, ਠੀਕ ਹੈ। ਅਤੇ ਇਹਦੇ ਵਿੱਚ ਕੀ ਹੈ ਜੀ, ਸਾਡਾ ਲੈਜਿਸਲੇਟਿਵ ਅਸੈਂਬਲੀ ਵੀ ਹੈ ਅਤੇ ਕੌਂਸਲ ਆਫ ਮਿਨਿਸਟਰਸ ਵੀ ਬਣਦੇ ਨੇ। ਦਿੱਲੀ ਦੇ ਵਿੱਚ ਪੇਪਰ 'ਚ ਪੁੱਛ ਲੈਣ ਕਿ ਵਿਧਾਨ ਸਭਾ ਦੀਆਂ, ਲੈਜਿਸਲੇਟਿਵ ਅਸੈਂਬਲੀ ਦੀਆਂ ਕਿੰਨੀਆਂ ਸੀਟਾਂ ਨੇ? ਤਾਂ 70 ਸੀਟਸ ਨੇ, ਠੀਕ ਹੈ। ਬਟ ਪੰਜਾਬ 'ਚ ਕਿੰਨੀਆਂ ਨੇ? 117 ਨੇ, ਠੀਕ ਹੈ, ਵਿਧਾਨ ਸਭਾ ਦੀਆਂ, ਠੀਕ ਹੈ, ਯਾਦ ਰੱਖਿਓ। 15ਵੀਂ ਅਮੈਂਡਮੈਂਟ ਕੀ ਹੈ ਜੀ? ਇਹਦੇ ਵਿੱਚ ਕੀ ਸੀਗਾ ਜੀ, ਜਿਹੜੇ ਹਾਈ ਕੋਰਟ ਦੇ ਜੱਜ ਸੀਗੇ ਉਹਨਾਂ ਦੀ ਜਿਹੜੀ ਉਮਰ ਸੀਗੀ ਉਹ ਵਧਾ ਕੇ ਕਿੰਨੀ ਕਰ ਦਿੱਤੀ ਗਈ ਜੀ? 62 ਈਅਰਸ ਕਰਤੀ। 60 ਸਾਲਾਂ ਤੋਂ ਲੈ ਕੇ ਜੀ, 60 ਸਾਲਾਂ ਤੋਂ ਵਧਾ ਕੇ ਕਿੰਨੀ ਕਰਤੀ ਜੀ? 62 ਸਾਲ ਤੱਕ ਕਰਤੀ। ਠੀਕ ਹੈ। 31ਵੀਂ ਅਮੈਂਡਮੈਂਟ ਕੀ ਸੀਗੀ ਜੀ? ਇਹਦੇ ਵਿੱਚ ਜਿਹੜੀ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਆ, ਉਹ ਸੀਟਸ ਹੈ, ਉਹ ਕੀ ਕਰਤੀ ਜੀ? ਵਧਾ ਕੇ 545 ਕਰਤੀ 525 ਤੋਂ, ਠੀਕ ਹੈ ਜੀ। ਅਤੇ ਜਿਹੜੇ ਮਤਲਬ ਯੂਟੀ ਨੂੰ ਦੇਖੋ, ਥੋੜ੍ਹਾ ਜਿਹਾ ਮੈਂ ਸਮਝਾਉਣਾ ਇੱਥੇ ਤੁਹਾਨੂੰ, ਕੀ ਸੀਗਾ ਜੀ, ਆਪਣੀਆਂ ਜਿਹੜੀਆਂ ਟੋਟਲ ਸੀਟਾਂ ਨੇ ਉਹ ਕਿੰਨੀਆਂ ਨੇ ਜੀ? 552 ਨੇ, 552 ਨੇ। 530 ਨੇ ਜਿਹੜੀਆਂ ਉਹ ਸਟੇਟ ਨੂੰ ਰਿਪਰੈਜ਼ੈਂਟ ਕਰਦੀਆਂ, 20 ਨੇ ਜਿਹੜੀਆਂ ਉਹ ਯੂਟੀ ਨੂੰ ਰਿਪਰੈਜ਼ੈਂਟ ਕਰਦੀਆਂ ਐਟ ਪ੍ਰੈਜ਼ੈਂਟ, ਠੀਕ ਹੈ। ਅਤੇ 2 ਨੇ ਜਿਹੜੀਆਂ ਉਹ ਕਿਹਨੂੰ ਰਿਪਰੈਜ਼ੈਂਟ ਕਰਦੀਆਂ ਨੇਗੀਆਂ? ਉਹ ਨੋਮੀਨੇਟ ਕਰਦਾ ਹੈਗਾ ਪ੍ਰੈਜ਼ੀਡੈਂਟ, ਠੀਕ ਹੈ ਜੀ। ਪਹਿਲਾਂ ਜਿਹੜੀਆਂ ਯੂਟੀ ਵਾਲੀਆਂ ਸੀਗੀਆਂ ਇਹ 25 ਸੀਗੀਆਂ, ਠੀਕ ਹੈ। ਤਾਂ ਉਦੋਂ ਬਾਅਦ ਕੀ ਕੀਤਾ ਜੀ, 25 ਤੋਂ ਘਟਾ ਕੇ 20 ਕਰ ਦਿੱਤੀਆਂ ਗਈਆਂ। 31ਵੀਂ ਅਮੈਂਡਮੈਂਟ ਦੇ ਵਿੱਚ ਸ਼ਾਮਲ ਹੈ। ਇੱਕ 31ਵੀਂ ਅਮੈਂਡਮੈਂਟ 'ਚ ਕੀ ਹੈ ਜੀ, ਸੀਟਾਂ ਦੀ ਗਿਣਤੀ 525 ਤੋਂ 545 ਕਰਤੀ। ਅਤੇ ਯੂਟੀ ਦੇ ਵਿੱਚ ਜਿਹੜੀ ਰਿਪਰੈਜ਼ੈਂਟੇਸ਼ਨ ਸੀ ਉਹ ਘਟਾਤੀ, ਠੀਕ ਹੈ, ਵਧਾਉਣ ਤੋਂ ਘਟਾ ਦਿੱਤੀ ਗਈ, ਠੀਕ ਹੈ ਜੀ। ਯਾਦ ਰੱਖਿਓ। ਵਿਚ ਸਟੇਟ ਹੈਜ਼ ਦਾ ਮੈਕਸੀਮਮ ਲੈਂਥ ਆਫ ਰੋਡਸ, ਮੈਕਸੀਮਮ ਲੈਂਥ ਆਫ ਰੋਡਸ ਕਿਹੜੇ ਸਟੇਟ ਦੇ ਵਿੱਚ ਹੈ? ਤਾਂ ਜਿਹੜੀ ਇਹਦਾ ਆਨਸਰ ਹੈ ਜੀ ਉਹ ਹੈਗਾ ਜੀ ਮਹਾਰਾਸ਼ਟਰਾ। ਮਹਾਰਾਸ਼ਟਰਾ ਦੇ ਵਿੱਚ ਮੈਕਸੀਮਮ ਲੈਂਥ ਆਫ ਰੋਡਸ ਆ, ਠੀਕ ਹੈ ਜੀ। ਵੈਸਟ ਬੰਗਾਲ, ਵੈਸਟ ਬੰਗਾਲ ਕੀ ਹੈ ਜੀ? ਮੈਕਸੀਮਮ, ਪੇਪਰ 'ਚ ਪੁੱਛਣ, ਮੈਕਸੀਮਮ ਰੋਡ ਡੈਂਸਿਟੀ, ਘਣਤਾ ਜਿਹੜੀ ਰੋਡ ਡੈਂਸਿਟੀ ਆ ਉਹ ਕਿਹੜੇ ਸਟੇਟ ਦੇ ਵਿੱਚ ਆ? ਉਹ ਹੈਗੇ ਜੀ ਵੈਸਟ ਬੰਗਾਲ ਦੇ ਵਿੱਚ। ਵੈਸਟ ਬੰਗਾਲ ਦੀ ਜਿਹੜੀ ਕੈਪੀਟਲ ਆ ਉਹ ਕੀ ਹੈ ਜੀ? ਕਲਕੱਤਾ, ਠੀਕ ਹੈ। ਕਲਕੱਤਾ ਕਿਹੜੀ ਨਦੀ ਦੇ ਕਿਨਾਰੇ ਵਸਿਆ ਜੀ? ਹੁਗਲੀ ਦੇ ਕਿਨਾਰੇ ਵਸਿਆ, ਠੀਕ ਹੈ ਜੀ। ਹੋਰ ਤੁਸੀਂ ਇਹਦਾ ਜਿਹੜਾ ਸਹੀ ਆਨਸਰ ਆ ਉਹ ਆਉਣਾ ਜੀ ਬੀ ਆਪਸ਼ਨ, ਠੀਕ ਹੈ। ਇੰਨੀ ਗੱਲ ਕਲੀਅਰ ਹੈ ਜੀ। ਸੀ ਮੱਧ ਪ੍ਰਦੇਸ਼, ਮੱਧ ਪ੍ਰਦੇਸ਼ ਦੀ ਜਿਹੜੀ ਕੈਪੀਟਲ ਹੈ ਜੀ ਉਹ ਕੀ ਹੈ ਜੀ? ਭੋਪਾਲ ਹੈ। ਮੱਧ ਪ੍ਰਦੇਸ਼ ਦੇ ਵਿੱਚ ਸਾਰਿਆਂ ਨਾਲ ਪੇਪਰ 'ਚ ਪੁੱਛ ਲੈਣ ਕਿ ਸਾਰਿਆਂ ਨਾਲੋਂ ਵੱਧ ਜਿਹੜੇ ਫੋਰੈਸਟ ਨੇ ਉਹ ਕਿਹੜੇ ਸਟੇਟ ਦੇ ਨੇ? ਉਹ ਮੱਧ ਪ੍ਰਦੇਸ਼ ਦੇ ਨੇ, ਠੀਕ ਹੈ ਜੀ। ਬਸ ਇੰਨੀ ਇਨਫੋਰਮੇਸ਼ਨ ਕਾਫੀ ਹੈ ਇਸ ਦੇ ਲਈ। ਲੋਨਾਰ ਲੇਕ, ਸੁਪਰ ਇੰਪੋਰਟੈਂਟ, ਇਜ਼ ਸਿਚੁਏਟਡ ਇਨ, ਲੋਨਾਰ ਲੇਕ ਹੈ ਜੀ ਜਿਹੜੀ, ਇਹ ਕਿੱਥੇ ਸਟੇਟ ਹੈ ਜੀ, ਕਿੱਥੇ ਸਥਿਤ ਹੈ? ਤਾਂ ਇਹ ਹੈਗੀ ਹੈ ਜੀ ਮਹਾਰਾਸ਼ਟਰਾ ਦੇ ਵਿੱਚ, ਠੀਕ ਹੈ। ਲੋਨਾਰ ਲੇਕ ਹੈ ਜਿਹੜੀ, ਇਹ ਲੋਨਾਰ ਲੇਕ ਇਹਦਾ ਕਿਉਂ ਨਾਮ ਪਿਆ ਜੀ? ਕਿਉਂਕਿ ਇਹ ਨਾ ਮੈਟਰੋਇਡਸ,
ਮੈਟਰੋਇਡ ਨਹੀਂ ਹੁੰਦੇ, ਜਿਵੇਂ ਆਪਾਂ ਉਲਕਾ ਕਹਿ ਦਿੰਦੇ ਹਾਂ, ਵੱਡਾ ਇੱਕ ਆਸਮਾਨ 'ਚੋਂ ਪੱਥਰ ਡਿੱਗ ਕੇ ਨਾ ਉਹ ਉਹਦੇ ਨਾਲ ਬਣੀ ਹੋਈ ਲੇਕ ਹੈ ਜੀ ਇਹ, ਠੀਕ ਹੈ। ਕਿੱਥੇ ਹੈ ਜੀ? ਮਹਾਰਾਸ਼ਟਰ ਦੇ ਵਿੱਚ। ਸੁਪਰ ਇੰਪੋਰਟੈਂਟ ਹੈ ਜੀ ਇਹ, ਠੀਕ ਹੈ। ਮਨੀਪੁਰ ਦੇ ਵਿੱਚ ਕਿਹੜੀ ਲੇਕ ਹੈ ਜੀ? ਲੋਕਟਕ ਲੇਕ, ਠੀਕ ਹੈ। ਇਹਨੂੰ ਕਨਫਿਊਜ਼ ਨਹੀਂ ਕਰਨਾ ਲਨਾਰ ਲੇਕ ਨਾਲ। ਲਨਾਰ ਲੇਕ ਕਿੱਥੇ ਹੈ ਜੀ? ਮਹਾਰਾਸ਼ਟਰ 'ਚ। ਲੋਕਟਕ ਲੇਕ ਕਿੱਥੇ ਹੈ ਜੀ? ਮਨੀਪੁਰ ਦੇ ਵਿੱਚ, ਠੀਕ ਹੈ ਜੀ। ਇੱਕ ਤੈਰਤਾ ਹੋਇਆ ਨੈਸ਼ਨਲ ਪਾਰਕ ਵੀ ਹੈ ਜੀ ਮਨੀਪੁਰ ਦੇ ਵਿੱਚ, ਕੈਬਲ ਲੈਮਜਾਓ ਨੈਸ਼ਨਲ ਪਾਰਕ, ਠੀਕ ਹੈ। ਕੈਬਲ ਦੇਖ ਹੀ ਦੇਣਾ, ਚਲੋ ਮੈਂ, ਕੈਬਲ ਲੈਮਜਾਓ ਨੈਸ਼ਨਲ ਪਾਰਕ, ਠੀਕ ਹੈ ਜੀ। ਇਹ ਵੀ ਕਿੱਥੇ ਹੈ ਜੀ? ਮਨੀਪੁਰ ਦੇ ਵਿੱਚ ਹੈ। ਕਿਹੜੀ ਲੇਕ ਦੇ ਉੱਤੇ ਹੈ ਜੀ? ਲੋਕਟਕ ਲੇਕ ਦੇ ਵਿੱਚ ਹੀ ਹੈ, ਠੀਕ ਹੈ ਜੀ। ਬੋਲਵੀਆ ਸ਼ਹਿਰ ਦੇ ਵਿੱਚ ਕੀ ਹੈ ਜੀ? ਇੱਕ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸਦਾ ਬੋਲਵੀਆ ਅਤੇ ਸਾਈਬੀਰੀਆ ਬਾਰੇ। ਦੇਖੋ, ਜੇ ਤਾਂ ਕੁਐਸਚਨ ਪੁੱਛੇ ਹਾਈਐਸਟ ਲੇਕ, ਠੀਕ ਹੈ, ਇੱਕ ਪੁੱਛੇ ਜੀ ਤੁਹਾਨੂੰ ਡੀਪੈਸਟ ਲੇਕ, ਠੀਕ ਹੈ ਜੀ। ਹਾਈਐਸਟ ਲੇਕ ਪੁੱਛੇ, ਵਰਲਡ ਦੀ ਗੱਲ ਕਰ ਰਹੇ ਹਾਂ, ਸੰਸਾਰ ਲੈਵਲ 'ਤੇ, ਠੀਕ ਹੈ, ਤਾਂ ਕਿਹੜੀ ਹੈ ਜੀ? ਉਹ ਹੈਗੀ ਹੈ ਟੀਟੀਕਾਕਾ, ਟੀਟੀਕਾਕਾ, ਠੀਕ ਹੈ। ਇਹ ਕਿੱਥੇ ਹੈ ਜੀ? ਸਾਈਬੇਰੀਆ ਦੇ ਵਿੱਚ ਹੈ, ਠੀਕ ਹੈ, ਸਾਈਬੇਰੀਆ ਦੇ ਵਿੱਚ ਹੈ। ਡੀਪੈਸਟ ਲੇਕ ਕਿਹੜੀ ਹੈ ਜੀ? ਬੈਕਾਲ ਲੇਕ, ਇਹ ਕਿੱਥੇ ਹੈ ਜੀ? ਬੋਲਵੀਆ ਦੇ ਵਿੱਚ। ਟੀਟੀਕਾਕਾ ਜਿਹੜੀ ਇਹ ਬੋਲਵੀਆ 'ਚ ਹੈ ਜੀ, ਠੀਕ ਹੈ। ਥੋੜ੍ਹਾ ਜਿਹਾ ਮਿਸ ਅੰਡਰਸਟੈਂਡਿੰਗ ਹੋ ਗਈ ਸੀ। ਟੀਟੀਕਾਕਾ ਜਿਹੜੀ ਇਹ ਬੋਲਵੀਆ ਦੇ ਵਿੱਚ ਹੈ, ਬੈਕਾਲ ਹੈ ਜਿਹੜੀ ਇਹ ਸਾਈਬੇਰੀਆ ਦੇ ਵਿੱਚ, ਠੀਕ ਹੈ, ਸਾਈਬੇਰੀਆ ਦੇ ਵਿੱਚ ਹੈ। ਤਾਂ ਯਾਦ ਰੱਖਿਓ, ਠੀਕ ਹੈ ਜੀ, ਇੰਨੀ ਗੱਲ ਇੰਪੋਰਟੈਂਟ ਹੈ। ਮਹਾਰਾਸ਼ਟਰ ਦੇ ਵਿੱਚ ਦੱਸ ਹੀ ਦਿੱਤਾ, ਲੋਨਾਰ ਲੇਕ, ਠੀਕ ਹੈ ਜੀ। ਕੋਲ ਇਜ਼ ਅੰਡਰ ਵਿਚ ਕੈਟੇਗਰੀ ਰੌਕਸ, ਜਿਹੜਾ ਕੋਲ ਹੈ ਉਹ ਕਿਹੜੀ ਰੌਕ ਦਾ ਵਿੱਚ ਆਉਂਦਾ ਜੀ? ਤਾਂ ਇਹ ਆਉਂਦਾ ਜੀ ਸੈਡੀਮੈਂਟਰੀ ਰੌਕਸ, ਠੀਕ ਹੈ ਜੀ। ਤਿੰਨ ਤਰ੍ਹਾਂ ਦੀਆਂ ਰੌਕਸ ਹੁੰਦੀਆਂ ਨੇ, ਇਗਨਸ ਰੌਕਸ, ਸੈਡੀਮੈਂਟਰੀ ਰੌਕਸ ਅਤੇ ਮੈਟਾਮੋਰਫਿਕ ਰੌਕਸ। ਇਗਨਸ ਰੌਕਸ ਹੁੰਦੀਆਂ ਜਿਹੜੀਆਂ, ਉਹ ਕਿਵੇਂ ਬਣਦੀਆਂ ਜੀ? ਇਹ ਬਣਦੀਆਂ ਜਿਵੇਂ ਆਪਣੇ ਮੈਗਮਾ, ਜਿਹੜਾ ਮੋਲਟਨ ਮੈਗਮਾ ਹੈ, ਉਹਦੇ ਪਿਘਲਣ ਦੇ ਨਾਲ ਜਦੋਂ ਉਹ ਜੰਮ ਜਾਂਦਾ ਤਾਂ ਉਦੋਂ ਬਣਦੀਆਂ ਜੀ ਇਗਨਸ ਰੌਕਸ, ਠੀਕ ਹੈ। ਇਗਨਸ ਰੌਕਸ ਦੀ ਪੇਪਰ ਦੇ ਵਿੱਚ ਐਗਜ਼ਾਮਪਲ ਪੁੱਛ ਲੈਂਦੇ ਕਿਹੜੀਆਂ ਕਿਹੜੀਆਂ ਨੇ। ਇਹਦੀ ਟ੍ਰਿਕ ਯਾਦ ਰੱਖਣੀ ਤੁਸੀਂ, GBG, ਠੀਕ ਹੈ, GBG, ਗੈਬਰੂ, ਠੀਕ ਹੈ, ਬੈਸਾਲਟ ਅਤੇ ਗ੍ਰੇਨਾਈਟ, ਠੀਕ ਹੈ। ਇਹ ਕਿਹੜੇ ਰੌਕ ਆਉਂਦੇ ਨੇ? ਇਹ ਇਗਨਸ ਰੌਕ ਦੇ ਵਿੱਚ ਆਉਂਦੇ ਨੇ। ਸੈਡੀਮੈਂਟਰੀ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕੋਲ ਆਉਂਦੇ ਆ, ਕੋਲਾ ਵਗੈਰਾ, ਠੀਕ ਹੈ ਜੀ। ਸੈਡੀਮੈਂਟਰੀ ਰੌਕ ਹੈ ਜਿਹੜਾ, ਇਹ ਬਣਦਾ ਕਿਵੇਂ ਜੀ? ਇਹ ਡੈਪੋਜੀਸ਼ਨ ਅਤੇ ਤੁਹਾਡੇ ਜਿਹੜੇ ਕੀ ਨੇ, ਭਾਫ ਵਗੈਰਾ ਦੇ ਨਾਲ ਕੀ ਨੇ ਜੀ ਇਹ ਬਣਦੇ ਨੇ। ਜਿਵੇਂ ਕੋਈ ਪਲਾਂਟ ਹੈ ਜਾਂ ਕੋਈ ਮਰੇ ਹੋਏ ਜਾਨਵਰ ਨੇ, ਉਹ ਜਦੋਂ ਦੱਬੇ ਜਾਂਦੇ ਨੇ ਧਰਤੀ ਦੇ ਵਿੱਚ, ਤਾਂ ਉਦੋਂ ਸੈਡੀਮੈਂਟਰੀ ਰੌਕਸ ਹੈ ਜਿਹੜੀ ਉਹ ਬਣਦੀ ਹੈ। ਮੈਟਾਮੋਰਫਿਕ ਰੌਕ ਹੈ ਜਿਹੜੀ, ਉਹ ਕੰਬੀਨੇਸ਼ਨ ਹੈ, ਮਤਲਬ ਉਹ ਕਿਹਦਾ ਇਗਨਸ ਅਤੇ ਸੈਡੀਮੈਂਟਰੀ ਦਾ, ਠੀਕ ਹੈ ਜੀ। ਡਾਇਆਮੀਟਰ ਆਫ ਮੂਨ ਇਜ਼, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, ਠੀਕ ਹੈ। ਤਾਂ ਡਾਇਆਮੀਟਰ ਕਿੰਨਾ ਹੈ ਜੀ? 3475 ਕਿਲੋਮੀਟਰ ਮੂਨ ਦਾ ਡਾਇਆਮੀਟਰ ਹੈ ਜੀ, ਠੀਕ ਹੈ। ਸਟੱਡੀ ਆਫ ਮੂਨ, ਸਟੱਡੀ ਆਫ ਮੂਨ, ਮੂਨ ਦੀ ਸਟੱਡੀ ਨੂੰ ਕੀ ਕਹਿੰਦੇ ਨੇ ਜੀ? ਸੈਲਨਲੌਜੀ, ਠੀਕ ਹੈ ਜੀ। ਸੈਲਨਲੌਜੀ ਕੀ ਕਹਿੰਦੇ ਨੇ ਜੀ? ਮੂਨ ਦੀ ਸਟੱਡੀ ਨੂੰ ਕਹਿੰਦੇ ਨੇ, ਠੀਕ ਹੈ ਜੀ। ਆਰਟੀਕਲ 20 ਰਿਪਰੈਜ਼ੈਂਟ, ਜਿਹੜਾ ਆਰਟੀਕਲ 20 ਹੈ ਜੀ, ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ? ਤਾਂ ਇਹ ਕਰਦਾ ਜੀ ਬੀ ਆਪਸ਼ਨ, ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵੈਨਸ਼ਨ ਫॉर ऑफेंसेस, ठीक है जी। बी ऑप्शन ਇਹਦਾ ਸਹੀ ਆंसर ਹੈ। ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਇਹ ਕਿਹੜਾ ਆਰਟੀਕਲ ਹੈ ਜੀ? ਇਹ ਹੈਗਾ ਆਰਟੀਕਲ 21 ਹੈ ਜੀ, ਠੀਕ ਹੈ। ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਇਨ ਸਰਟਨ ਕੇਸਿਸ, ਇਹ ਆਰਟੀਕਲ ਕਿਹੜਾ ਜੀ? ਆਰਟੀਕਲ 22 ਹੈ ਜੀ, ਠੀਕ ਹੈ। ਇਕੁਅਲ ਓਪਰਚੁਨਿਟੀ ਔਨ ਪਬਲਿਕ ਇੰਪਲੋਇਮੈਂਟ, ਇਹ ਕਿਹੜਾ ਆਰਟੀਕਲ ਹੈ ਜੀ? ਇਹ ਹੈਗਾ ਜੀ ਆਰਟੀਕਲ 16, ਠੀਕ ਹੈ। ਇਹ ਜਿਹੜੇ ਸਾਰੇ ਆਰਟੀਕਲ ਨੇ, ਇਹ ਕਾਹਦੇ ਵਿੱਚ ਆਉਂਦੇ ਨੇ ਜੀ? ਇਹ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਆਰਟੀਕਲ 12 ਤੋਂ ਲੈ ਕੇ 35 ਤੱਕ ਹੈਗੇ ਨੇ, ਠੀਕ ਹੈ ਜੀ। ਹਾਊ ਮੈਨੀ ਮੈਂਬਰਸ ਆਰ ਨੋਮੀਨੇਟਡ ਬਾਏ ਪ੍ਰੈਜ਼ੀਡੈਂਟ ਇਨ ਰਾਜ ਸਭਾ, ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਨੋਮੀਨੇਟ ਕਰਦਾ ਪ੍ਰੈਜ਼ੀਡੈਂਟ, ਉਹ ਕਿੰਨੇ ਕਰਦਾ? ਤਾਂ ਇਹਦਾ ਜਿਹੜਾ ਸਹੀ ਆਂਸਰ ਹੈਗਾ ਜੀ, ਉਹ ਹੈਗਾ ਜੀ 12 ਮੈਂਬਰਸ, ਠੀਕ ਹੈ। 12 ਮੈਂਬਰਸ ਆ ਜਿਹੜੇ ਉਹ ਨੋਮੀਨੇਟ ਕੀਤੇ ਜਾਂਦੇ ਨੇ ਪ੍ਰੈਜ਼ੀਡੈਂਟ ਦੇ ਦੁਆਰਾ, ਠੀਕ ਹੈ ਜੀ। ਅਤੇ 2 ਮੈਂਬਰਸ ਰਾਸ਼ਟਰਪਤੀ ਲੋਕ ਸਭਾ ਦੇ ਵਿੱਚ ਨੋਮੀਨੇਟ ਕਰਦਾ ਹੈ, ਅਤੇ 14 ਮੈਂਬਰ ਨੇ ਜਿਹੜੇ ਉਹ ਟੋਟਲ ਪਾਰਲੀਮੈਂਟ ਦੇ ਵਿੱਚ ਕਰਦਾ, ਠੀਕ ਹੈ। ਜਿਵੇਂ ਵੀ ਮਰਜ਼ੀ ਕੁਐਸਚਨ ਬਣਾ ਲਏ ਤਾਂ ਤੁਸੀਂ ਆਂਸਰ ਦੇ ਦਿਓ, ਠੀਕ ਹੈ ਜੀ। ਸੁਪਰ ਇੰਪੋਰਟੈਂਟ, ਪੋਟਸ ਇਜ਼ ਆਲਸੋ ਕਾਲਡ ਦਾ ਵਿਚ ਕੰਟਰੀਜ਼ ਪ੍ਰੈਜ਼ੀਡੈਂਟ, ਪੋਟਸ ਕਿਹੜੇ ਕੰਟਰੀ ਦੇ ਪ੍ਰੈਜ਼ੀਡੈਂਟ ਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਜਿਹੜਾ ਸਹੀ ਆਂਸਰ ਹੈਗਾ ਜੀ, ਉਹ USA ਆਉਣਾ ਸੀ ਇੱਥੇ, ਠੀਕ ਹੈ। USA ਦੇ ਪ੍ਰੈਜ਼ੀਡੈਂਟ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। USA ਦੇ ਪ੍ਰੈਜ਼ੀਡੈਂਟ ਨੂੰ ਕੀ ਕਿਹਾ ਜਾਂਦਾ ਜੀ? ਪੋਟਸ ਕਿਹਾ ਜਾਂਦਾ ਹੈ, ਠੀਕ ਹੈ ਜੀ।
ਤੇ USA ਦਾ ਜਿਹੜਾ ਨੈਸ਼ਨਲ ਐਂਬਲਮ ਆ ਉਹ ਕੀ ਹੈ ਜੀ, ਗੋਲਡਨ ਰੋਡ। ਗੋਲਡਨ ਰੋਡ, ਠੀਕ ਹੈ। ਜਿਵੇਂ ਆਪਣਾ ਨੈਸ਼ਨਲ ਐਂਬਲਮ ਕੀ ਹੈ ਜੀ, ਮਤਲਬ 4 ਸ਼ੇਰ ਨੇ, ਜਿਨ੍ਹਾਂ ਦੇ ਵਿੱਚ 3 ਸਾਡੇ ਕੀ ਹੈ ਜੀ ਵਿਜ਼ੀਬਲ ਨੇ, ਚੌਥਾ ਸ਼ੇਰ ਹੈ ਜਿਹੜਾ ਉਹ ਨਹੀਂ ਵਿਜ਼ੀਬਲ ਹੈਗਾ। ਤੇ ਥੱਲੇ ਕੀ ਲਿਖਿਆ ਹੋਇਆ ਜੀ, ਸਤਿਆਮੇਵ ਜਯਤੇ, ਠੀਕ ਹੈ। ਇੰਨੀ ਗੱਲ ਧਿਆਨ 'ਚ ਰੱਖਿਓ। ਲਾਸਟ ਕੁਐਸਚਨ, ਇਨ ਸਟੇਟ ਗਵਰਨਮੈਂਟ ਹਾਊ ਮੈਨੀ ਮੈਂਬਰਸ ਆਰ ਨੋਮੀਨੇਟਡ ਬਾਈ ਗਵਰਨਰ ਇਨ ਲੈਜਿਸਲੇਟਿਵ ਕਾਊਂਸਲ। ਹੁਣ ਇਹ ਕੀ ਗੱਲ ਹੈ ਜੀ, ਗਵਰਨਰ ਦੇ ਦੁਆਰਾ ਸਟੇਟ ਦੇ ਵਿੱਚ ਮਤਲਬ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਕਿੰਨੇ ਮੈਂਬਰ ਹੈ ਜਿਹੜੇ ਉਹ ਗਵਰਨਰ ਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ, ਤਾਂ 1/6 ਮੈਂਬਰ ਹੈ ਜਿਹੜੇ ਉਹ ਗਵਰਨਰ ਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ, ਠੀਕ ਹੈ ਜੀ। ਥੋੜ੍ਹਾ ਜਿਹਾ ਮੈਂ ਤੁਹਾਨੂੰ ਡਿਫਰੈਂਸ ਦੱਸਦਾ ਕੀ ਜੀ। ਲੋਕ ਸਭਾ ਹੁੰਦੀ ਹੈ ਜੀ ਇੱਕ ਹੁੰਦੀ ਹੈ ਜੀ ਰਾਜ ਸਭਾ, ਕਲੀਅਰ ਹੈ ਜੀ। ਇੱਕ ਹੁੰਦੀ ਹੈ ਜੀ ਲੈਜਿਸਲੇਟਿਵ ਅਸੈਂਬਲੀ, ਮਤਲਬ ਵਿਧਾਨ ਸਭਾ ਸਟੇਟ ਦੇ ਵਿੱਚ ਹੁੰਦੀ ਹੈ, ਤੇ ਇੱਕ ਹੁੰਦੀ ਹੈ ਜੀ ਲੈਜਿਸਲੇਟਿਵ ਕਾਊਂਸਲ, ਜਿਹਨੂੰ ਕਹਿੰਦੇ ਆ ਵਿਧਾਨ ਪਰਿਸ਼ਦ, ਠੀਕ ਹੈ ਜੀ। ਲੋਕ ਸਭਾ ਤੇ ਰਾਜ ਸਭਾ ਇਹ ਕੰਮ ਕਰਦੀਆਂ ਜੀ ਸੈਂਟਰ ਲੈਵਲ ਤੇ, ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਇਹ ਕਰਦੀਆਂ ਜੀ ਸਟੇਟ ਲੈਵਲ ਤੇ ਕੰਮ, ਮਤਲਬ ਲੈਜਿਸਲੇਟਿਵ ਅਸੈਂਬਲੀ ਤੇ ਲੈਜਿਸਲੇਟਿਵ ਕਾਊਂਸਲ ਸਟੇਟ ਲੈਵਲ ਤੇ, ਠੀਕ ਹੈ ਜੀ। ਜੇ ਤਾਂ ਗੱਲ ਕਰੂਗਾ ਲੋਕ ਸਭਾ ਦੀ ਤਾਂ ਉੱਥੇ ਕੌਣ ਨੋਮੀਨੇਟ ਕਰਦਾ ਜੀ, ਪ੍ਰੈਜ਼ੀਡੈਂਟ। ਜੇ ਗੱਲ ਕਰੂਗਾ ਰਾਜ ਸਭਾ ਦੀ ਤਾਂ ਉੱਥੇ ਕੌਣ ਨੋਮੀਨੇਟ ਕਰਦਾ ਜੀ, ਪ੍ਰੈਜ਼ੀਡੈਂਟ, ਕਿਉਂਕਿ ਉੱਥੇ ਜਿਹੜਾ ਹੈੱਡ ਹੁੰਦਾ ਉਹ ਕੌਣ ਹੁੰਦਾ ਜੀ, ਪ੍ਰੈਜ਼ੀਡੈਂਟ, ਠੀਕ ਹੈ। ਸਟੇਟ ਦੇ ਵਿੱਚ ਕੌਣ ਨੋਮੀਨੇਟ ਕਰੂਗਾ ਜੀ, ਜਿਵੇਂ ਸੈਂਟਰ 'ਚ ਪ੍ਰੈਜ਼ੀਡੈਂਟ ਹੁੰਦਾ ਉਵੇਂ ਸਟੇਟ 'ਚ ਗਵਰਨਰ ਹੁੰਦਾ, ਤਾਂ ਇੱਥੇ ਕੌਣ ਰਿਪਰੈਜ਼ੈਂਟ ਕਰੂਗਾ ਜੀ, ਗਵਰਨਰ, ਠੀਕ ਹੈ ਜੀ। ਇੱਥੇ ਲੋਕ ਸਭਾ ਦੇ ਵਿੱਚ ਕਿੰਨੇ ਨੋਮੀਨੇਟ ਕਰਦਾ ਜੀ, 2 ਕਰਦਾ ਜੀ। ਰਾਜ ਸਭਾ ਦੇ ਵਿੱਚ ਕਿੰਨੇ ਕਰਦਾ ਜੀ, 12, ਕੌਣ, ਪ੍ਰੈਜ਼ੀਡੈਂਟ, ਠੀਕ ਹੈ। ਜਿਹੜਾ ਸਟੇਟ ਦੇ ਵਿੱਚ ਨੋਮੀਨੇਟ ਕਰਦਾ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਗਵਰਨਰ, ਉਹ ਕਰਦਾ ਜੀ 1 ਮੈਂਬਰ ਐਂਗਲੋ ਇੰਡੀਅਨ ਕਮਿਊਨਿਟੀ ਦਾ। ਵਿਧਾਨ ਸਭਾ ਦੇ ਵਿੱਚ ਗਵਰਨਰ ਦੇ ਦੁਆਰਾ ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਜੀ, 1 ਮੈਂਬਰ ਹੈ ਜਿਹੜਾ ਉਹ ਨੋਮੀਨੇਟ ਕੀਤਾ ਜਾਂਦਾ। ਬਟ ਜਦੋਂ ਲੈਜਿਸਲੇਟਿਵ ਕਾਊਂਸਲ ਪੁੱਛ ਲਏ, ਮਤਲਬ ਵਿਧਾਨ ਪਰਿਸ਼ਦ ਪੁੱਛ ਲਏ, ਤਾਂ ਉਦੋਂ 1/6 ਮੈਂਬਰ ਹੈ ਜਿਹੜੇ ਉਹ ਗਵਰਨਰ ਹੈ ਜਿਹੜੇ ਉਹ ਨੋਮੀਨੇਟ ਕਰਦਾ ਹੈ, ਠੀਕ ਹੈ ਜੀ। ਕਲੀਅਰ ਗੱਲ। ਇੱਥੇ ਹੀ ਆਪਾਂ ਕੀ ਹੈ ਜੀ ਆਪਣੇ ਸੈਸ਼ਨ ਦਾ ਅੰਤ ਕਰਦੇ ਹਾਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਨਾ ਨਾ ਭੁੱਲਿਓ। ਤੁਹਾਡਾ ਜਿਹੜਾ ਲਾਈਕ ਹੈ ਉਹ ਮੇਰੇ ਲਈ ਐਪਰੀਸ਼ੀਏਸ਼ਨ ਦਾ ਕੰਮ ਕਰਦਾ, ਠੀਕ ਹੈ ਜੀ। ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਹੈ ਜਿਹੜੀ ਉਹ ਦੇਖ ਸਕਦੇ ਹੋ, ਠੀਕ ਹੈ ਜੀ। ਜੇ ਵੀਡੀਓ ਵਧੀਆ ਨਹੀਂ ਲੱਗੀ ਤਾਂ ਪਲੀਜ਼ ਤਾਂ ਤੁਸੀਂ ਕੀ ਹੈ ਜੀ ਡਿਸਲਾਈਕ ਕਰ ਸਕਦੇ ਹੋ, ਬਟ ਜੇ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਕਰਿਓ, ਠੀਕ ਹੈ ਜੀ। ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ।